6ਵਾਂ ਭਾਗ ਕੱਢੋ 355 ਪੰਨਾ ਆਮ ਵੈਰੀ ਸ਼ੋਰ ਜਿਸ ਦੀ ਅਸੀਂ ਸਟੱਡੀ ਕਰਦੇ ਪਏ ਹਾਂ ਔਰ ਅੱਜ ਅਸੀਂ ਉਸ ਦੀ 10 ਆਇਤ ਤੋਂ ਲੈ ਕੇ 20 ਆਇਤ ਤੱਕ ਪਹਿਲਾਂ ਪੜਾਂਗੇ और फिर उस तो बाद असी अपने ਜਿਹੜੇ ਹਿੱਸੇ ਦੇਖਦੇ ਪਏ ਹਾਂ ਉਹਨਾਂ ਦੇ ਵਿੱਚ ਜਾਵਾਂਗੇ। let us read that first। ਮੈਂ ਪੜ੍ਹਦੇ ਹਾਂ ਪਾਸਟਰ ਜੀ। ਹਾਂਜੀ ਮੇਰਾ ਪੜ੍ਹਦੇ। ਚਲੋ ਤਾਂ ਸਾਰਿਆਂ ਨੂੰ ਜੈ ਮਸੀਹ ਦੀ। ਜੈ ਪਰਮੇਸ਼ਰ ਦੇ ਸਭ ਹਥਿਆਰ। ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੇੜੀਆਂ ਆਤਮਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਵੋ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ ਤੇ ਵੀ ਜੇਤੂ ਠਹਿਰੋ। ਇਸ ਲਈ ਸਾਵਧਾਨ ਰਹੋ। ਸੱਤ ਦਾ ਕਮਰਬੰਦ ਅਤੇ ਧਾਰਮਿਕਤਾ ਦਾ ਸੰਜੋਆ ਪਹਿਨ ਲਵੋ। ਪੈਰੀਂ ਸ਼ਾਂਤੀ ਦੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਅਤੇ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ। ਇਸ ਦੁਆਰਾ ਤੁਸੀਂ ਸ਼ੈਤਾਨ ਦੇ ਅਗਨੀ ਬਾਣਾਂ ਨੂੰ ਬੁਝਾ ਸਕੋਗੇ। ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਹ ਟੋਪ ਅਤੇ ਆਤਮਾ ਨੂੰ ਤਲਵਾਰ ਦੇ ਰੂਪ ਵਿੱਚ ਅਰਥਾਤ ਉਸ ਆਤਮਾ ਨੂੰ ਜੋ ਪਰਮੇਸ਼ਰ ਦਾ ਵਚਨ ਹੈ ਲੈ ਲਵੋ। ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ ਅਤੇ ਪਰਮੇਸ਼ਰ ਤੋਂ ਮਦਦ ਮੰਗਦੇ ਰਹੋ। ਪਰਮੇਸ਼ਰ ਦੇ ਲੋਕਾਂ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਰ ਮੈਨੂੰ ਇਹ ਜੋ ਸ਼ਬਦ ਦੇਵੇ ਜਿਨ੍ਹਾਂ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਦ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ, ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ। ਬੇਸ਼ੱਕ ਇਸ ਸਮੇਂ ਮੈਂ ਕੈਦੀ ਹਾਂ। ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਕਿ ਮੈਨੂੰ ਕਰਨਾ ਚਾਹੀਦਾ ਹੈ। ਇੱਥੋਂ ਤੱਕ ਜੀ। ਹਾਂਜੀ, ਜਿਸ ਵੇਲੇ ਅਸੀਂ ਇਸ ਨੂੰ ਸ਼ੁਰੂ ਕੀਤਾ ਸੀ ਉਸ ਦੇ ਵਿੱਚ ਅਸੀਂ 3 ਕਲੀਅਰ ਚੀਜ਼ਾਂ ਦੇਖੀਆਂ ਸੀ। ਨੰਬਰ 1 ਬਲ ਔਰ ਸ਼ਕਤੀ ਪ੍ਰਭੂ ਤੋਂ ਮਿਲਦੀ ਹੈ ਔਰ ਉਹ ਬਲ ਔਰ ਸ਼ਕਤੀ ਸਾਡੀ ਨਹੀਂ, ਉਹ ਪਵਿੱਤਰ ਆਤਮਾ, ਕਿਉਂਕਿ ਪ੍ਰਭੂ ਯਿਸੂ ਨੇ ਸਾਨੂੰ ਕਿਹਾ ਸੀ ਕਿ ਤੁਹਾਡੇ ਕੋਲ ਪਵਿੱਤਰ ਆਤਮਾ ਆਏਗਾ ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਸੰਸਾਰ ਨੇ ਨਾ ਤਾਂ ਮੈਨੂੰ ਜਾਣਿਆ ਔਰ ਨਾ ਮੇਰੇ ਘੱਲਣ ਵਾਲੇ ਨੂੰ ਜਾਣਿਆ। ਦੂਜੀ ਥਾਂ ਪ੍ਰਭੂ ਕਹਿੰਦੇ ਇਸ ਕਰਕੇ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਔਰ ਇਸ ਨੂੰ ਅਸੀਂ ਇਹਨਾਂ ਹਥਿਆਰਾਂ ਨੂੰ ਅਸੀਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਾਨੂੰ ਪ੍ਰਭੂ ਨੇ ਦਿੱਤੇ ਹੋਆ ਤੇ ਸਿਰਫ ਇਸ ਵੇਲੇ ਉਹ ਯਾਦ ਕਰਾ ਰਿਹਾ ਕਿ ਤੁਹਾਡੇ ਕੋਲ ਕੀ ਕੁਝ। ਇਸ ਦਾ ਇਹ ਨਹੀਂ ਮਤਲਬ ਕਿ ਇਹ ਸਾਨੂੰ ਮਿਲਣੇ ਆ, ਇਹ ਪ੍ਰਭੂ ਨੇ ਸਾਨੂੰ ਦਿੱਤੇ ਹੋ ਔਰ ਇਸ ਦਾ ਉਪਯੋਗ ਕਰਨ ਦੇ ਲਈ ਸਾਨੂੰ ਇਹ ਦਿੱਤੇ ਹੋ। ਔਰ ਪ੍ਰਭੂ ਦਾ ਇਹ ਕਹਿਣਾ ਕਿ ਜਿਸ ਤਰ੍ਹਾਂ ਕਿ ਬੱਚੇ ਨੂੰ ਅਸੀਂ ਕਵਰ ਖੋਲ ਕੇ ਦਿਖਾਉਂਦੇ ਆ ਕਿ ਆ ਵੀ ਤੇਰੀਆਂ ਚੀਜ਼ਾਂ ਆ, ਆ ਵੀ ਤੇਰੀਆਂ ਚੀਜ਼ਾਂ ਆ, ਆ ਵੀ ਤੇਰੀਆਂ ਚੀਜ਼ਾਂ ਆ, ਆ ਵੀ ਤੇਰੀਆਂ ਚੀਜ਼ਾਂ। ਇਸ ਤਰ੍ਹਾਂ ਸਾਡੇ ਲਈ ਕਵਰਾਂ ਖੋਲ ਕੇ ਪ੍ਰਭੂ ਦਾ ਵਚਨ ਸਾਨੂੰ ਦਿਖਾ ਰਿਹਾ ਕਿ ਪ੍ਰਭੂ ਨੇ ਪਵਿੱਤਰ ਆਤਮਾ ਔਰ ਪ੍ਰਭੂ ਯਿਸੂ ਮਸੀਹ ਦੇ ਕਾਰਨ ਸਾਨੂੰ ਕੀ ਕੁਛ ਦਿੱਤਾ। ਔਰ ਪਵਿੱਤਰ ਆਤਮਾ ਦੀ ਜਿਹੜੀ ਹਜ਼ੂਰੀ ਸਾਨੂੰ ਪ੍ਰਾਪਤ ਹੋਈ ਆ ਉਹ ਉਹੀ ਪਵਿੱਤਰ ਆਤਮਾ ਜਿਹੜੀ ਯਹੂਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਉਤਰਦਾ ਦੇਖਿਆ ਸੀ ਔਰ ਉਹੀ ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ। ਇਸ ਕਰਕੇ ਇਹ ਜਿੰਨੇ ਵੀ ਅਸੀਂ ਹਥਿਆਰ ਦੇਖਦੇ ਪਏ ਹਾਂ, ਜਿੰਨੀਆਂ ਵੀ ਇਹ ਚੀਜ਼ਾਂ ਦੇਖਦੇ ਪਏ ਹਾਂ, ਇਹ ਪ੍ਰਭੂ ਯਿਸੂ ਮਸੀਹ ਦੀਆਂ ਆ ਜੋ ਸਾਨੂੰ ਦਿੱਤੀਆਂ ਗਈਆਂ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਉਹ ਜੋ ਕੁਛ ਮੇਰਾ ਉਹ ਤੁਹਾਨੂੰ ਦੇਗਾ, ਜੋ ਕੁਛ ਮੇਰਾ ਉਹ ਤੁਹਾਨੂੰ ਦੇਗਾ। ਸੋ ਅਗਰ ਤੁਸੀਂ ਇਹ ਹਿੱਸੇ ਸਾਰੇ ਪੜ੍ਹਨੇ ਹੋ ਤੇ ਤੁਸੀਂ ਇਹਨਾਂ ਨੂੰ ਯਹੂਨਾ ਦੇ 14 ਚੈਪਟਰ ਤੋਂ ਲੈ ਕੇ 16 ਚੈਪਟਰ 14, 15, 16 ਚੈਪਟਰ ਪੜ੍ਹ ਲਿਓ। ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪ੍ਰਭੂ ਨੇ ਕਲੀਅਰ ਕੀਤੀਆਂ ਉਹਨਾਂ ਦੇ ਨਾਲ। ਔਰ ਦੂਸਰੀ ਵਾਰੀ ਜਿਸ ਵੇਲੇ ਵੀ ਉਹ ਮਹਿਸੂਸ ਕਰਦੇ ਸੀ ਔਰ ਦੇਖਦੇ ਸੀ ਕਿ ਵੈਰੀ ਆ ਰਿਹਾ, ਉਹ ਕਹਿੰਦੇ ਸੀ ਇਸ ਜਗਤ ਦਾ ਸਰਦਾਰ ਇੱਥੇ ਆ ਰਿਹਾ, ਉਸ ਦੇ ਵਿੱਚ ਮੇਰਾ ਕੁਝ ਨਹੀਂ।
क्यों? क्योंकि उसदे कोल प्रभु यीशु मसीह ने अपने आप ਨੂੰ ਵੇਚਿਆ नहीं। प्रभु यीशु मसीह ਨੂੰ उसने परताया और प्रभु यीशु मसीह उस परताए जाण ਦੇ ਵਿੱਚੋਂ सफल होए। उन्होंने ਜਿਹੜੇ ਰਸਤੇ ਚੁਣੇ, ਉਹਨਾਂ ਨੇ ਸਲੀਬੀ ਮੌਤ ਚੁਣੀ, ਉਹਨਾਂ ਨੇ ਦੁਨੀਆ ਦੇ ਵਿੱਚ ਗਰੀਬੀ ਚੁਣੀ, और प्रभु यीशु मसीह ने इस दुनिया दे विच दुख पाउणा चुनिया। लेकिन उस सारे दा इक्को ही कारण सी कि उसका प्यार, उसका प्यार कि वो अपने बच्चियां नूं प्रभु इन्ना प्यार करदा कि वो आप यीशु दा रूप धार के इस धरती ते आ गया और उसने वो कीमत दिती। और साडे लई सानू जो कुछ स्वर्ग तो मिलदा पिया, ये सारियां चीजां प्रभु दसदा पिया। सब तो पहला बल और उसदी शक्ति, और फिर सानू एक चीज वल चुकन्ना किया गया कि याद रखो तुहाडी जिहड़ी जंग आ वो जारी आ। और असी पतरस दे विच देखिया सीगा कि गरजदे शेर दी वांग आले दुआले तुरिया फिरदा कि किहनूं पाड़ खाए, किहनूं पाड़ खाए। यानी कि जिस वेले भी प्रभु दीयां दित्तियां होईयां हद्दां तो असी बाहर जाने आ, उस वेले असी उहदा शिकार होने आ, उस वेले असी साडे उत्ते घाव लगदे आ। और प्रभु यीशु ने ये चीज़ां साडे सानू इस वचन दे राही जो उन्होंने पौलुस दे राही लिखवाया है, उस दे विच सानू साफ दस दिता कि इस दुनिया दे विच एक जंग चल रही है। वो जंग जिहड़ी एक बंदे दे नाल देश बंदे दे नाल बंदा लड़दा पिया, ये वो जंग नहीं, ये वो जंग आ जिहड़ी स्वर्ग और नरक दे विच लड़ी जा रही है। जो एक छोटे रस्ते दे विच और चौड़े रस्ते दे विच लड़ी जा रही है। ये जिहड़ी जंग आ वो दरवाजा, वो रस्ता जिहड़ा उपर नूं जांदा पर औखा आ, वो रस्ता जिहड़ा थल्ले नूं जांदा पर सौखा आ, उस दे विच। और ये चीज अफसोस दे नाल कहनी पैंदी कि साडे बहुत सारे मसीही भैण भरा इस जंग नूं समझदे नहीं पाए। वो दुनियावी चीज़ां नूं बरकत समझदे। दुनियावी चीज़ां दी जिहड़ी बरकत आ, वो जिहड़ी सानू प्रभु ने शालोम शांति दित्ती आ, उस पीसे दा जिहड़ा तुहानूं दस्सिया सी जिहड़ी शालोम आ, पूरे दा पूरा पीसा है, जिद्दां पिज़्ज़ा गोल हुंदा ते उहनूं कट्टिया हुंदा, जिहड़ा प्रभु कहंदा ना मैं तुहानूं शांति दूंगा, वो तो ओहदा एक दा 100वें तो भी घट दा हिस्सा आ, बहुत छोटा हिस्सा वो। लेकिन जिहड़ी बाकी दियां चीज़ां प्रभु ने उस शालोम की संपूर्णता दे विच सानू दित्तियां, वो ये सारियां चीज़ां आ। और सानू प्रभु ने जिहड़ा प्रभु दा वचन भी सानू मिलिया, वो भी एक शालोम बरकत आ उसदी, जिहड़ा ये साडे हत्थां दे विच उसदा शब्द आ, जिहड़ा असीं अज उसदी हजूरी च बैठे हैं, ये भी उसदी शालोम शांति दा एक हिस्सा आ कि असीं उसदी हजूरी दे विच बैठे हों। ये प्रभु की बहुत भारी बरकत है जिहड़ी उस साडे उत्ते उसने डोली हुआ। सो उहदे विच तुसीं ये भी पढ़ोगे, ये प्रभु की शांति दे हिस्से आ, ये प्रभु दे दित्ते हुए आराम दे हिस्से आ जिहड़े सानू दित्ते आ। सो तुसीं प्रभु दे वचन दे विच इस चीज़ नूं पढ़ोगे, मैं तुहानूं शांति दिना, मैं तुहानूं अपनी शांति दिना। हे भार दे बोझ दे थल्ले दबे हुए लोको मेरे कोल आओ, मैं तुहानूं आराम दूंगा, तुहाडीआं जानां आराम पाउणगीआं। ये सारे उसके हिस्से आ। इसी तरह ये भी शालोम शांति का एक हिस्सा जिहड़ा सानू मिलिया। सो तीसरी चीज जिहड़ी प्रभु ने ये चीज सानू क्या हैगा कि जंग होएगी पर जित तुहाडी होएगी, जंग होएगी पर जित तुहाडी होएगी। और उस जित दे विच की आ कि अगर असीं ये प्रभु दे दित्ते हुए हथियारां दे नाल, जिन्हां दे विच बुद्धि आ, समझ आ, क्योंकि जिहड़ा मिलिटरी मैन आ जिहड़ी गोली चलाउंदा वो तां सिर्फ एक हिस्सा हुंदी आ, सारी जंग दा विच गोली चलाउणी एक हिस्सा हुंदी आ। लेकिन जंग नूं समझना, कित्थे जाना,
ਕਿੱਥੇ ਬੈਠਣਾ, ਕੀ ਖਾਣ ਨੂੰ ਲੈ ਕੇ ਜਾਣਾ, ਕੀ ਪੀਣਾ ਆ, ਕਿੰਨੀ ਤੇਜ਼ੀ ਦੇ ਨਾਲ ਤੁਰਨਾ, ਕਿੰਨਾ ਘੱਟ ਤੁਰਨਾ, ਕਿੱਥੇ ਛੁਪਣਾ ਆ, ਕਿਹੜੀ ਕੰਧ ਪ੍ਰੋਪਰ ਕੰਧ ਆ ਜਿਹਦੇ ਪਿੱਛੇ ਮੈਂ ਖੜਾ ਹੋ ਸਕਦਾ, ਕਿਹੜਾ ਪਹਾੜ ਦੀ ਖੁੰਦਰ ਪ੍ਰੋਪਰ ਆ ਜਿੱਥੇ ਮੈਂ ਆਪਣੇ ਦੁਸ਼ਮਣ ਨੂੰ ਖੜਾ ਹੋ ਕੇ ਦੇਖ ਸਕਦਾ। ਉਹ ਸਾਰੇ ਜੰਗ ਦੇ ਹਿੱਸੇ ਆ, ਔਰ ਉਹ ਜੰਗ ਦੇ ਹਿੱਸੇ ਸਾਨੂੰ ਇਹਦੇ ਵਿੱਚ ਦਿੱਤੇ ਗਏ ਆ ਕਿ ਵੈਰੀ ਨੂੰ ਕਿੱਦਾਂ ਪਹਿਚਾਨਣਾ, ਕਿਉਂਕਿ ਉਹਨੇ ਸਿੰਗ ਲਾ ਕੇ ਨਹੀਂ ਆਉਣਾ। ਮੇਰੇ ਵਰਗਾ ਪਾਸਟਰ ਵੀ ਉਹ ਹੋ ਸਕਦਾ ਜਿਹੜਾ ਆਪਣੀ ਵਡਿਆਈ ਚਾਹੁੰਦਾ ਪਿਆ ਔਰ ਲੋਕਾਂ ਨੂੰ ਆਪਣੇ ਪਿੱਛੇ ਲਾਉਂਦਾ ਪਿਆ। ਇਹ ਗੱਲ ਹਮੇਸ਼ਾ ਯਾਦ ਰੱਖੇ। ਤਿਲਕਣ ਨੂੰ 1 ਸੈਕਿੰਡ ਲੱਗਦਾ, 1 ਸੈਕਿੰਡ ਤਿਲਕਣ ਨੂੰ ਲੱਗਦਾ, ਔਰ ਇਹ ਚੀਜ਼ਾਂ ਤੁਹਾਨੂੰ ਬਚਾ ਕੇ ਰੱਖਣਗੀਆਂ, ਜੰਗ ਦੇ ਵਿੱਚ ਜੇਤੂ ਰੱਖਣਗੀਆਂ। ਇਹ ਸਾਰੀ ਜੰਗ ਦੇ ਵਿੱਚ ਸਿਰਫ ਇੱਕੋ ਹੀ ਚੀਜ਼ ਹੈ ਜਿਹੜੀ ਸਾਨੂੰ ਅਟੈਕ ਕਰਨ ਨੂੰ ਦਿੱਤੀ ਗਈ ਹੈ, ਔਰ ਉਹ ਹੈ ਤਲਵਾਰ। ਬਾਕੀ ਦੀਆਂ ਸਾਰੀਆਂ ਜਿੰਨੀਆਂ ਚੀਜ਼ਾਂ ਦਿੱਤੀਆਂ ਗਈਆਂ ਉਹ ਡਿਫੈਂਸਿਵ, ਉਹ ਸਾਡਾ ਬਚਾਅ ਕਰਨ ਵਾਸਤੇ ਆ। ਸੋ ਸਾਨੂੰ ਅਸੀਂ ਦੇਖਿਆ ਕਿ ਸਭ ਤੋਂ ਪਹਿਲਾਂ ਉਸਨੇ ਦੱਸਿਆ ਕਿ 7 ਦਾ ਕਮਰਬੰਦ। ਅਸੀਂ ਕੱਲ ਦੇਖਿਆ ਸੀਗਾ ਕਿ ਜਿਹੜਾ ਉਹ 7 ਆ ਪ੍ਰਭੂ ਯਿਸੂ ਆਪ, ਪ੍ਰਭੂ ਯਿਸੂ ਆਪ। ਅਸੀਂ ਉਸ ਦਾ 7 ਲੈ ਕੇ ਅੱਗੇ ਤੁਰਦੇ ਹਾਂ। ਅਗਲੀ ਚੀਜ਼ ਧਾਰਮਿਕਤਾ ਦਾ ਸੰਜੋਗ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਆਪਣੀ ਧਾਰਮਿਕਤਾ ਦਿੱਤੀ ਹੈ, ਇਸੇ ਕਰਕੇ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ। ਇਸੇ ਕਰਕੇ ਦੁਆ ਕਰਦੇ ਸਮੇਂ ਅਸੀਂ ਕਹਿੰਦੇ ਹਾਂ, ਪ੍ਰਭੂ ਜੀ ਅਸੀਂ ਤੇਰਾ ਲਹੂ, ਤੇਰਾ ਨਾਮ, ਯਿਸੂ ਦਾ ਨਾਮ ਔਰ ਯਿਸੂ ਦਾ ਪਿਆਰ ਓੜ ਕੇ ਤੇਰੇ ਸਾਹਮਣੇ ਆਉਣੇ। ਕਿਉਂ? ਕਿਉਂਕਿ ਫਿਰ ਯਿਸੂ ਦੀ ਧਾਰਮਿਕਤਾ ਸਾਡੇ ਨਾਲ, ਯਿਸੂ ਦੀ ਧਾਰਮਿਕਤਾ ਦੇ ਵਿੱਚੋਂ ਦੀ ਪ੍ਰਭੂ ਸਾਨੂੰ ਦੇਖਦਾ ਪਿਆ, ਉਸ ਦੇ ਲਹੂ ਦੇ ਵਿੱਚੋਂ ਦੀ ਦੇਖਦਾ ਤਾਂ ਕਿ ਔਰ ਸਾਨੂੰ ਪਵਿੱਤਰ ਪਾਉਂਦਾ, ਔਰ ਫਿਰ ਉਹ ਸਾਡੀ ਆਵਾਜ਼ ਨੂੰ, ਆਪਣੇ ਪੁੱਤਰ ਦੇ ਕਾਰਨ ਸਾਡੀ ਆਵਾਜ਼ ਨੂੰ ਸੁਣਦਾ। ਔਰ ਇਸ ਕਰਕੇ ਪ੍ਰਭੂ ਦੇ ਅੱਗੇ ਜਿਹੜਾ ਅਸੀਂ ਚੀਜ਼ ਦੇਖੀ ਸੀ ਉਹ ਹੈ ਸ਼ੁਭ ਸਮਾਚਾਰ ਸੁਣਾਉਣ ਦੀ ਜੋਤੀ। ਔਰ ਇਸ ਦੇ ਨਾਲ ਅਸੀਂ ਆਪਣੇ ਉਹਨਾਂ ਭੈਣ ਭਰਾਵਾਂ ਦੇ ਕੋਲ ਜਾਂਦੇ ਹਾਂ, ਆਪਣੇ ਉਹਨਾਂ ਦੁਨੀਆ ਦੇ ਸਭ ਲੋਕ ਸਾਡੇ ਭੈਣ ਭਰਾ ਆ। ਸਿਰਫ ਫਰਕ ਇੰਨਾ ਕਿ ਉਹ ਜੋ ਪ੍ਰਭੂ ਦੇ ਕੋਲ ਆ ਗਏ ਆ ਉਹ ਸਕਿਆਂ ਨਾਲੋਂ ਵੀ ਵੱਧ। ਕਿਉਂ? ਇਸ ਦੁਨੀਆ ਦੇ ਵਿੱਚ ਤਾਂ ਮੈਂ ਪੈਦਾ ਹੋਇਆ ਸੀਗਾ ਆਪਣੇ ਬਾਪ ਦੇ ਔਰ ਆਪਣੀ ਮਾਂ ਦੇ ਖੂਨ ਦੇ ਕਾਰਨ, ਲੇਕਿਨ ਉਹਨਾਂ ਦੋਨਾਂ ਦਾ ਜਿਹੜਾ ਖੂਨ ਸੀ ਉਹ ਅਪਵਿੱਤਰ ਸੀ। ਮਾਂ ਦਾ ਵੀ, ਭਾਵੇਂ ਜਿੱਡੀ ਮਰਜ਼ੀ ਜਗ੍ਹਾ ਮਾਂ ਦੀ ਤੇ ਜਿੱਡੀ ਮਰਜ਼ੀ ਜਗ੍ਹਾ ਬਾਪ ਦੀ, ਦੋਨੇ ਪਾਪੀ। ਔਰ ਉਸ ਪਾਪੀ ਖੂਨ ਦੇ ਕਾਰਨ ਮੈਂ ਉਹਨਾਂ ਦੇ ਨਾਲ ਜੁੜਿਆ ਹਾਂ। ਲੇਕਿਨ ਅਸੀਂ ਜਿਹੜੇ ਭੈਣ ਭਰਾ ਜਿਹੜੇ ਕੁਣਵਾ ਆ ਉਹ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਖੂਨ ਦੇ ਕਰਕੇ ਆ, ਜਿਸ ਦੇ ਵਿੱਚ ਸਾਡਾ ਦੂਸਰਾ ਜਨਮ ਹੋਇਆ। ਪ੍ਰਭੂ ਯਿਸੂ ਮਸੀਹ ਦੇ ਖੂਨ ਦੇ ਵਿੱਚ ਸਾਡਾ ਦੂਸਰਾ ਜਨਮ ਜਿਹੜਾ ਹੋਇਆ, ਉਸ ਦੇ ਕਰਕੇ ਉਹ ਖੂਨ ਜੋ ਸਾਨੂੰ ਪਵਿੱਤਰ ਕਰਦਾ ਔਰ ਸਾਨੂੰ ਇੱਕ ਹੋਰ ਰਾਜ ਦਾ ਵਾਸੀ ਬਣਾਉਂਦਾ। ਉਹ ਧਰਤੀ ਦਾ ਰਾਜ ਨਹੀਂ। ਯਿਸੂ ਨੇ ਕੀ ਪਿਲਾਤੁਸ ਨੂੰ ਜਵਾਬ ਦਿੱਤਾ ਸੀ? ਪਿਲਾਤੁਸ ਨੇ ਕਿਹਾ ਕਿ ਤੂੰ ਰਾਜਾ? ਕਹਿੰਦਾ ਤੂੰ ਆਪ ਹੀ। ਪ੍ਰਭੂ ਯਿਸੂ ਨੇ ਕਿਹਾ ਤੂੰ ਆਪ ਹੀ ਕਹਿਣਾ ਮੈਂ ਰਾਜਾ ਹਾਂ। ਉਹ ਕਹਿੰਦਾ ਤੇਰਾ ਰਾਜ ਕਿੱਥੇ ਦਾ? ਕਹਿੰਦਾ ਮੇਰਾ ਰਾਜ ਇਸ ਧਰਤੀ ਦਾ ਨਹੀਂ, ਮੇਰਾ ਰਾਜ, ਪ੍ਰਭੂ ਨੇ ਕਿਹਾ ਸੀ, ਉਹ ਸਵਰਗ ਦਾ। ਔਰ ਡਾਨੀਅਲ ਦਾ 7ਵਾਂ ਚੈਪਟਰ ਅਸੀਂ ਜਦੋਂ ਦੇਖਦੇ ਹਾਂ ਤੇ ਬੜੀ ਸ਼ਾਨ ਦੇ ਨਾਲ ਉਸ ਗੱਦੀ ਦੇ ਉੱਤੇ ਬੈਠਾ ਹੈ। ਬਾਪ ਨੇ ਆਪ ਉਸ ਨੂੰ ਉਸ ਗੱਦੀ ਦੇ ਉੱਤੇ ਬਿਠਾ ਲਿਆ। ਕਿਉਂ? ਕਿਉਂਕਿ ਪੁੱਤਰ ਉਸਦੇ ਹੁਣ ਯੋਗ ਆ, ਉਹ ਉਸਨੇ ਜਿੱਤ ਪ੍ਰਾਪਤ ਕਰਕੇ ਇਸ ਧਰਤੀ ਦੇ ਉੱਤੋਂ ਗਿਆ ਔਰ ਉਸ ਗੱਦੀ ਦੇ ਉੱਤੇ ਯਿਸੂ ਆਪ ਬੈਠਾ ਆ। ਦਾਨੀਅਲ ਦਾ 7ਵਾਂ ਚੈਪਟਰ ਸਾਨੂੰ ਬਿਲਕੁਲ ਇਸ ਚੀਜ਼ ਨੂੰ ਕਲੀਅਰ ਕਰਕੇ ਸਾਨੂੰ ਦਿੰਦਾ। ਹੁਣ ਮੈਂ ਤੁਹਾਨੂੰ ਆਇਤਾਂ ਨੂੰ ਦੱਸੂਗਾ, ਮੈਂ ਤੁਹਾਨੂੰ ਬਹੁਤ ਵਾਰੀ ਪੜ੍ਹਾ ਚੁੱਕਾ। ਸੋ ਹੁਣ ਮੈਂ ਸਿਰਫ ਤੁਹਾਨੂੰ ਏਦਾਂ ਦੱਸੂਗਾ ਦਾਨੀਅਲ ਦੇ 7ਵੇਂ ਚੈਪਟਰ 'ਚ ਜਾਂ ਇੱਥੇ ਜਾਂ ਉੱਥੇ। ਸੋ ਹੁਣ ਥੋੜਾ ਜਿਹਾ ਤੁਹਾਨੂੰ ਹਾਰਡ ਕੰਮ ਵੀ ਕਰਨਾ ਪੈਣਾ, ਆਪ ਸਟੱਡੀ ਕਰਨੀ ਪੈਣੀ, ਉਹਨਾਂ ਚੀਜ਼ਾਂ ਨੂੰ ਲੱਭਣਾ ਪੈਣਾ। ਜਿਸ ਵੇਲੇ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਅੱਗੇ ਆਉਂਦੇ ਹਾਂ ਤੇ ਅੱਗੇ ਉਸਨੇ ਕਿਹਾ ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਟੋ, ਯਾਨੀ ਕਿ ਜਿਹੜੀ ਪ੍ਰਭੂ ਨੇ ਸਾਨੂੰ ਮੁਕਤੀ ਦਿੱਤੀ ਆ, ਕਿਉਂਕਿ ਉਹ ਆਪ ਸਿਰ ਆ ਕਲੀਸਿਆ ਦਾ, ਇਸ ਕਰਕੇ ਉਹ ਮੁਕਤੀ ਦਾਤਾ ਨੂੰ ਦਰਸਾਉਂਦੀ ਆ। ਉਹ ਮੁਕਤੀ ਦਾਤਾ ਨੂੰ ਦਰਸਾਉਂਦੀ ਆ ਕਿ ਮੁਕਤੀ ਦਾਤਾ ਕੌਣ ਆ। ਤੋ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਹੱਥ ਹਮੇਸ਼ਾ ਸਾਡੇ ਸਿਰ ਦੇ ਉੱਤੇ ਰਹਿੰਦਾ ਆ। ਪ੍ਰਭੂ ਦੀ ਨਿਗਾਹਬਾਨੀ ਉਸਦਾ ਹੱਥ ਆ।
ਉਹ ਮੁਕਤੀ ਦਾ ਜਿਹੜਾ ਲੋਹ ਟੋਪ ਆ, ਉਹ ਮੁਕਤੀ ਕਿਉਂਕਿ ਯਸੂ ਆਪ ਆ, ਉਸਦਾ ਜਿਹੜਾ ਉਸਦੀ ਹਜ਼ੂਰੀ ਆ ਉਹ ਸਾਡੇ ਨਾਲ ਰਹਿੰਦੀ ਆ। ਔਰ ਉਸਦਾ ਇੱਕੋ ਹੀ ਰੀਜ਼ਨ ਆ ਕਿ ਹਰ ਚੀਜ਼ ਨੂੰ ਅਸੀਂ ਉਸ ਮੁਕਤੀ ਦੇ ਵਿੱਚ ਦੀ ਹੋ ਕੇ ਸੋਚੀਏ। ਦੁਨੀਆ ਦੀ ਸਾਡੀਆਂ ਅੱਧੀਆਂ ਮੁਸੀਬਤਾਂ ਜਿਹੜੀਆਂ ਆ ਉਹ ਸਾਡੀਆਂ ਸੋਚਾਂ ਨੇ ਸਾਨੂੰ ਪਾਈਆਂ ਹੈ। ਔਰ ਸਾਡੀਆਂ ਸੋਚਾਂ ਜਿਹੜੀਆਂ ਆ ਉਹ ਸਾਨੂੰ ਡਿਫੀਟ ਦੇ ਵੱਲ ਲੈ ਕੇ ਜਾਂਦੀਆਂ, ਉਹ ਸਾਨੂੰ ਨੈਗੇਟਿਵ ਪਾਸੇ ਵੱਲ ਨੂੰ ਲੈ ਕੇ ਜਾਂਦੀਆਂ। ਲੇਕਿਨ ਅਗਰ ਅਸੀਂ ਹਰ ਇੱਕ ਚੀਜ਼ ਨੂੰ ਉਸ ਮੁਕਤੀ ਦੇ ਲੋਹ ਟੋਪ ਦੇ ਰਾਹੀਂ ਦੇਖੀਏ ਤੇ ਫਿਰ ਜਿੱਤ ਹੀ ਜਿੱਤ ਆ, ਫਿਰ ਹਾਰ ਵਿੱਚ ਵੀ ਜਿੱਤ ਆ, ਫਿਰ ਹਾਰ ਵਿੱਚ ਵੀ ਜਿੱਤ ਆ। ਕਿਉਂਕਿ ਕੁਝ ਇੱਕ ਚੀਜ਼ਾਂ ਦੇ ਵਿੱਚ ਸਾਡਾ ਹਾਰਨਾ ਜ਼ਰੂਰੀ ਆ। ਅਗਰ ਨਹੀਂ ਅਸੀਂ ਹਾਰਾਂਗੇ ਤਾਂ ਜਿੱਤ ਔਰ ਹਾਰ ਦਾ ਸਾਨੂੰ ਕਦੀ ਵੀ ਮਤਲਬ ਪਤਾ ਨਹੀਂ ਲੱਗੇਗਾ, ਔਰ ਜਿੱਤ ਦਾ ਆਨੰਦ ਕਦੇ ਨਹੀਂ ਆਏਗਾ। ਜਿੱਤ ਦਾ ਆਨੰਦ ਉਸ ਨੂੰ ਆਉਂਦਾ ਜਿਸ ਨੇ ਜੰਗ ਦੇ ਵਿੱਚ ਹਾਰ ਵੀ ਖਾਧੀ ਹੋਵੇ। ਸੋ ਪ੍ਰਭੂ ਸਾਨੂੰ ਜੋ ਕੁਝ ਦੇ ਰਿਹਾ, ਜੋ ਕੁਝ ਸਾਨੂੰ ਪ੍ਰਾਪਤ ਹੋ ਰਿਹਾ, ਉਹ ਜਿਹੜਾ ਸਾਡੇ ਸਿਰ ਦੇ ਉੱਤੇ ਪ੍ਰਭੂ ਨੇ ਮੁਕਤੀ ਦਾ ਟੋਪ ਪਾਇਆ ਆ, ਉਸ ਦੇ ਰਾਹੀਂ ਸਾਨੂੰ ਸਾਰੀਆਂ ਬਰਕਤਾਂ ਮਿਲਦੀਆਂ ਪਈਆਂ। ਸੋ ਸ਼ੁਕਰਗੁਜ਼ਾਰੀ ਆਪਣੀ ਹਮੇਸ਼ਾ ਆਪਣੀ ਮੁਕਤੀ ਦੇ ਨਾਲ ਕਰੋ। ਮੁਕਤੀ ਦੇਖੋ ਕਿੰਨੀ ਪ੍ਰੈਸ਼ੀਅਸ ਆ। ਸਭ ਤੋਂ ਜਿਹੜਾ ਪਿਆਰਾ ਗਿਫਟ ਸਾਨੂੰ ਮਿਲਿਆ ਆ ਪ੍ਰਭੂ ਯਿਸੂ ਮਸੀਹ ਦੇ ਵਿੱਚ, ਉਹ ਇੱਕ ਮਿਲਿਆ ਕਿ ਅਸੀਂ ਮੁਕਤ। ਦੁਨੀਆ ਦੇ ਵਿੱਚ ਮਸੀਹੀ ਜਿਸ ਤਰ੍ਹਾਂ ਪ੍ਰਭੂ ਉਸ ਨੂੰ ਪਿਆਰ ਕਰਦਾ, ਜੇ ਪ੍ਰਭੂ ਨੂੰ ਉਸੇ ਤਰ੍ਹਾਂ ਉਹ ਪਿਆਰ ਕਰਦਾ ਤਾਂ ਉਸ ਮਸੀਹੀ ਵਰਗਾ ਇਸ ਦੁਨੀਆ ਦੇ ਵਿੱਚ ਇੱਕੋ ਹੀ ਉਹ ਮਸੀਹੀ ਆ ਜਿਹੜਾ ਜੀਂਦੇ ਜੀ ਦੋ ਦੁਨੀਆ ਦੇ ਵਿੱਚ ਰਹਿ ਰਿਹਾ। ਜੀਂਦੇ ਜੀ ਜੋ ਸਵਰਗਵਾਸੀ ਵੀ ਆ ਔਰ ਜਿਹੜਾ ਇਸ ਧਰਤੀ ਤੇ ਵੀ ਵਾਸ ਕਰਦਾ ਪਿਆ। ਔਰ ਉਹੀ ਮਸੀਹ ਆ, ਉਹ ਬੰਦਾ ਆ ਜਿਹੜਾ ਇਹ ਨਹੀਂ ਕਹਿੰਦਾ ਕਿ ਮੇਰੀ ਉਮਰ 50 ਸਾਲ ਦੀ ਹੋ ਗਈ, ਉਹ ਇਹ ਕਹਿੰਦਾ ਕਿ 20 ਸਾਲ ਰਹਿ ਘਰ ਜਾਣ। ਪ੍ਰਭੂ ਨੇ 70 ਸਾਲ ਮਿੱਥੇ, ਬਾਕੀ ਉਸ ਤੋਂ ਉੱਤੇ ਤਾਂ ਸਾਰਾ ਬੋਨਸ ਹੀ ਹੁੰਦਾ। ਉਹ ਤਾਂ ਉਸਦੀ ਸਭ ਤੋਂ ਵੱਡੀ ਦਇਆ ਹੁੰਦੀ। ਉਸ ਤੋਂ ਬਾਅਦ ਹਰ ਇੱਕ ਦਿਨ ਪ੍ਰਭੂ ਦੀ ਦਇਆ ਹੁੰਦੀ, ਪ੍ਰਭੂ ਦਾ ਰਹਿਮ ਹੁੰਦਾ। ਉਹ ਕੁਛ ਇੱਕ ਚੀਜ਼ਾਂ ਐਸੀਆਂ ਸਾਨੂੰ ਇੱਥੋਂ ਦਿਖਾ ਕੇ ਲੈ ਕੇ ਜਾਣੀਆਂ ਮੰਗਦਾ, ਜਿਸ ਤਰ੍ਹਾਂ ਕਿ ਉਹ ਬਜ਼ੁਰਗ ਸ਼ਮਾਉਨ ਜਿਹੜਾ ਮੰਦਿਰ ਦੇ ਕੋਲ ਬੈਠਾ ਰਹਿੰਦਾ ਸੀ, ਉਹ ਬੁੱਢੀ ਹੰਨਾ ਜਿਹੜੀ ਮੰਦਿਰ ਦੇ ਕੋਲ ਬੈਠੀ ਰਹਿੰਦੀ ਸੀ, ਉਸਦੀ ਉਮਰ ਘੱਟੋ ਘੱਟ ਵੀ ਉਸ ਬਜ਼ੁਰਗ ਦੀ ਉਮਰ 110 ਸਾਲ ਦੀ ਸੀ, ਉਹ ਜਿਹੜੀ ਬੁੱਢੀ ਸੀ। ਪ੍ਰਭੂ ਨੇ ਉਹ ਬੋਨਸ ਦਿਨ ਉਹਨੂੰ ਇਸ ਕਰਕੇ ਦਿੱਤੇ ਸੀ ਕਿ ਉਹ ਯਿਸੂ ਨੂੰ ਦਰਸ਼ਨ ਕਰਕੇ ਤੇ ਆਪਣੇ ਮੁਕਤੀ ਦਾਤੇ ਦੇ ਦਰਸ਼ਨ ਕਰਕੇ, ਜੋ ਉਸਦੇ ਬਜ਼ੁਰਗਾਂ ਨੂੰ ਉਸਨੇ ਕਿਹਾ ਸੀਗਾ, ਆਦਮ ਦੇ ਬੇਲੇ ਦਾ ਜਿਹੜਾ ਪ੍ਰੋਮਿਸ ਸੀਗਾ ਕਿ ਮੈਂ ਸਾਰੀਆਂ ਜਾਤੀਆਂ ਦੇ ਲਈ, ਸਾਰੀਆਂ ਕੌਮਾਂ ਦੇ ਲਈ ਮੈਂ ਬਰਕਤ ਕਰ ਦੂੰਗਾ, ਉਹਦਾ ਤੂੰ ਦਰਸ਼ਨ ਕਰਕੇ ਫੇਰ ਮਰੇਗਾ। ਉਸ ਤੋਂ ਬਾਅਦ ਜਿਹੜਾ ਸਮਾਂ ਹੁੰਦਾ ਬੋਨਸ ਦਾ ਹੁੰਦਾ। ਪਤਾ ਨਹੀਂ ਪ੍ਰਭੂ ਨੇ ਕਿਹੜੀ ਬਰਕਤ ਦਿਖਾਉਣੀ ਹੈ ਔਰ ਫਿਰ ਘਰ ਨੂੰ ਲੈ ਕੇ ਜਾਣਾ। ਸੋ ਇਸ ਦੇ ਲਈ ਪ੍ਰਭੂ ਦਾ ਸ਼ੁਕਰ ਕਰਦੇ ਰਹੋ। ਮੁਕਤੀ ਜਿਹੜੀ ਸਭ ਤੋਂ ਵੱਡੀ ਸ਼ੁਕਰਗੁਜ਼ਾਰੀ ਹੈ ਉਹ ਮੁਕਤੀ ਦੀ ਹੈ। ਪ੍ਰਭੂ ਤੇਰਾ ਸ਼ੁਕਰ ਹੈ ਕਿ ਮੈਂ ਜੀਂਦੇ ਜੀ ਸਵਰਗਵਾਸੀ ਹਾਂ। ਮੈਨੂੰ ਜੀਂਦੇ ਜੀ ਪਤਾ ਮੈਂ ਕਿੱਥੇ ਜਾ ਰਿਹਾ, ਮੈਂ ਘਰ ਜਾ ਰਿਹਾ, ਮੈਂ ਬਾਪ ਦੇ ਕੋਲ ਜਾ ਰਿਹਾ। ਅਗਲੀ ਚੀਜ਼ ਉਸਨੇ ਜਿਹੜੀ ਕਹੀ ਹੈ, ਉਹ ਆਤਮਾ ਦੀ ਤਲਵਾਰ ਦੇ ਰੂਪ ਦੇ ਵਿੱਚ ਉਸ ਆਤਮਾ ਨੂੰ ਜੋ ਪਰਮੇਸ਼ਵਰ ਦਾ ਵਚਨ ਹੈ। ਆਤਮਾ ਨੂੰ ਤਲਵਾਰ ਦੇ ਰੂਪ ਦੇ ਵਿੱਚ ਉਸ ਆਤਮਾ ਨੂੰ ਜੋ ਪਰਮੇਸ਼ਵਰ ਦਾ ਵਚਨ ਹੈ। ਇਸ ਚੀਜ਼ ਨੂੰ ਬਹੁਤ ਧਿਆਨ ਦੇ ਵਿੱਚ ਰੱਖੋ।
प्रभु बहुत तरीकों के नाल साडे नाल गल करदा। साडा प्यारा बाप बहुत तरीकों के नाल साडे नाल गल करदा। और कई बारी बिल्कुल क्लीयर हुंदा साडे मन नूं कि प्रभु ये चीज़ जिहड़ी मैनूं कही है प्रभु ने कही है, इट इज फ्रॉम हिम। पर मैजॉरिटी ऑफ द टाइम वो साडे नाल अपने वचन दे राहीं बोलदा, अपने वचन दे राहीं साडे नाल गल करदा, अपने वचन दे राहीं वो सानू अंदरों साफ करदा। साडे अपने वचन दे राहीं वो सानू आग्याकारी दे बल वधाउंदा। अपने वचन दे राहीं वो साडा पाप सानू दिखाउंदा। एक हिस्सा पढ़ांगे इत्थे, और जिहड़ा कि बहुत ही ढुकवां आ, मैं तुहानू लैके जाना। उदां तां मैं अगर असीं चाहुंदे तां असीं जरूर 119 भी इत्थे पढ़ सकदे सी सारे दा सारा, लेकिन मैं थोड़ियां जिहियां आयतां 119 जबूर दियां देखांगे, और एक हिस्सा जिहड़ा असीं देखांगे वो असीं देखांगे इब्रानियां दी पोथी तो, जिहड़ी पोथी इस तो अगे है उसदा इब्रानियां दा चौथा बाब और उसकी असीं 8 आयत तो लैके असीं इसकी 16 आयत तक पढ़ांगे। सफा 407 है जी। हाँ जी, 408 वीरा जी, 408 पन्ना इसदी इब्रानियां दा, उसदी 8 आयत तो लैके 16 आयत तक। मैं पढ़ता फर्स्ट से। हाँ जी जरूर। यदि यहोशुआ इसलिए तो इजराइलियों को विश्वास स्थान में ले गया, और परमेश्वर बाद में किसी दूसरे दिन की चर्चा नहीं करता। इसलिए अब भी परमेश्वर की प्रजा के लिए एक विश्राम दिवस बना हुआ है। जिस व्यक्ति ने परमेश्वर के विश्राम स्थान में प्रवेश किया है, उसने अर्थात यीशु के ने अपना कार्य समाप्त कर उसी प्रकार विश्राम किया जिस प्रकार परमेश्वर ने अपना कार्य समाप्त कर विश्राम किया। इसलिए हम विश्राम स्थान में प्रवेश करने का पूरा प्रयत्न करें। कहीं ऐसा ना हो कि उन लोगों की अवज्ञा के अनुकार में किसी का पतन हो जाए, क्योंकि परमेश्वर का वचन जीवित, संस्कार और किसी भी दुआरी तलवार के से तेज है। वह प्राण और आत्मा के अथवा ग्रंथि और मज्जा के विच्छेद तक पहुंचता और हमारे हृदय के भावों तक तथा विचारों को परखता है। परमेश्वर में से कोई भी सृष्ट 18 तक करना, राइट? हाँ जी। परमेश्वर से कोई भी सृष्ट वस्तु छिपी नहीं है। उसकी आंखों के सामने सब कुछ खुला है और अनावृत है। उसी को हमें लेखा देना है। नवीन विधान के महापुरुषों के मसीह हमारे अपने एक महान महापुरुष और अर्थात परमेश्वर पुत्र जो यहोवा को पार कर चुके हैं। इसलिए हम उनमें विश्वास वचन से सुदृढ़ रहे। हम हमारे महापुरोहितों हमारी दुर्बलताओं में हम में से सहानुभूति रख सके, क्योंकि पाप को छोड़कर सभी बातों में हमारी ही तरह की उनकी परीक्षा ली गई है। इसलिए हम पूर्ण भरोसे के साथ अनुग्रह के सिंहासन के पास जाएं, जिससे हमें दया मिले और हम वह कृपा प्राप्त करें जो हमारी आवश्यकताओं से हमारी सहायता करेगी। आमीन। आमीन। प्रभु के वचन दे विच तुसीं इत्थे देखो कि ये सिर्फ असीं 4-12 पढ़न दे आदी हां, लेकिन अगर असीं थोड़ियां जिहियां आयतां उस तो पहला और थोड़ियां जिहियां आयतां उस तो बाद देखते हैं, तो फिर सानू पता लगदा कि प्रभु दा शब्द साडे लई की कुछ कर रहा। याद रखो, ये शब्द ही देहधारी होया सी ते साडे विच आया सी, और असीं उसनू यसु करके जानिया, यसु करके पहचानिया, जो कृपा और दया दे नाल भरिया पिया सी।
ਸੋ ਇਹ ਸ਼ਬਦ, ਯਸੂ ਦਾ ਸ਼ਬਦ ਸਾਡੇ ਲਈ ਕੀ ਕਰਦਾ ਪਿਆ? ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਜੇਕਰ ਯਹੋਸ਼ੂਆ ਲੋਕਾਂ ਨੂੰ ਪਰਮੇਸ਼ਰ ਦੇ ਆਰਾਮ ਦੇ ਵਿੱਚ ਲੈ ਜਾਂਦਾ ਤਾਂ ਫਿਰ ਪਰਮੇਸ਼ਰ ਹੋਰ ਦਿਨ ਬਾਰੇ ਨਾ ਬੋਲਦਾ। ਇਸ ਲਈ ਪਰਮੇਸ਼ਰ ਦੇ ਲੋਕਾਂ ਲਈ ਸਬਤ ਦੇ ਆਰਾਮ ਨੂੰ ਜਾਣਨ ਦਾ ਮੌਕਾ ਅਜੇ ਬਾਕੀ ਹੈ। ਯਾਨੀ ਕਿ ਯਹੋਸ਼ੂਆ ਆਪਣੇ ਲੋਕਾਂ ਨੂੰ ਉਹਨਾਂ ਉਸ ਇਜ਼ਰਾਈਲ ਦੀ ਧਰਤੀ ਦੇ ਉੱਤੇ ਲੈ ਕੇ ਗਿਆ ਜਿਸ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ। ਯਹੋਸ਼ੂਆ ਨੇ ਜਿਹੜੀਆਂ ਲੜਾਈਆਂ ਲੜੀਆਂ, ਯਹੋਸ਼ੂਆ ਨੇ ਆਪ ਇੱਕੋ ਹੀ ਲੜਾਈ ਲੜੀ ਆ, ਔਰ ਉਹਦੇ ਵਿੱਚ ਉਹਨਾਂ ਦੀ ਐਡੀ ਵੱਡੀ ਹਾਰ ਹੋਈ ਆ ਕਿ ਉਹਨਾਂ ਨੂੰ ਚੇਤੇ ਆ ਗਿਆ, ਨਾਨੀ ਚੇਤੇ ਆ ਗਈ। ਜੰਗਾਂ ਸਾਰੀਆਂ ਪ੍ਰਭੂ ਨੇ ਲੜੀਆਂ ਉਹਨਾਂ ਦੇ ਲਈ, ਉਹਨਾਂ ਨੇ ਸਿਰਫ ਕਬਜ਼ਾ ਕੀਤਾ, ਸਿਰਫ ਕਬਜ਼ਾ ਕੀਤਾ। ਇਸ ਕਰਕੇ ਉਹ ਕਹਿੰਦਾ ਕਿ ਜੇ ਯਹੋਸ਼ੂਆ ਆਪਣੇ ਲੋਕਾਂ ਨੂੰ, ਯਸੂ ਦਾ ਨਾਮ ਵੀ ਯਹੋਸ਼ੂਆ, ਜਿਹੜਾ ਯਸੂ ਦਾ ਅਸਲੀ ਨਾਮ ਆ ਉਹ ਵੀ ਯਹੋਸ਼ੂਆ ਆ। ਜਿਸ ਲਈ ਅਸੀਂ ਯਸੂ ਦਾ ਇਬਰਾਨੀ ਦੇ ਵਿੱਚ ਨਾਮ ਲੈਂਦੇ ਆ, ਇਬਰਾਨੀ ਦੇ ਵਿੱਚ ਉਸ ਦਾ ਨਾਮ ਯਹੋਸ਼ੂਆ ਆ। ਜੇ ਇਹ ਯਹੋਸ਼ੂਆ, ਜੇ ਪਹਿਲੇ ਯਹੋਸ਼ੂਏ ਨੇ ਜਿੱਤ ਦੇ ਦਿੱਤੀ ਹੁੰਦੀ ਔਰ ਲੋਕਾਂ ਨੇ ਆਰਾਮ ਪਾ ਲਿਆ ਹੁੰਦਾ ਤੇ ਫਿਰ ਦੂਜੇ ਯਹੋਸ਼ੂਆ ਦੀ ਲੋੜ ਨਹੀਂ ਸੀ ਪੈਣੀ। ਸੋ ਉਹਨਾਂ ਨੂੰ ਸਬਤ ਦਾ ਆਰਾਮ ਨਹੀਂ ਮਿਲਿਆ। ਸਬਤ ਦਾ ਆਰਾਮ ਸਾਨੂੰ ਦੂਜੇ ਯਹੋਸ਼ੂਆ ਨੇ ਦਿੱਤਾ, ਜੋ ਸ਼ਬਦ ਦੇਹਧਾਰੀ ਹੋ ਕੇ ਸਾਡੇ ਵਿੱਚ ਆਇਆ। ਅਗਲੀ ਚੀਜ਼, ਕਿਉਂਕਿ 10ਵੀਂ ਆਇਤ, ਕਿਉਂਕਿ ਜੋ ਪਰਮੇਸ਼ਰ ਦੇ ਆਰਾਮ ਦੇ ਵਿੱਚ ਦਾਖਲ ਹੁੰਦਾ ਹੈ ਉਹ ਆਪਣੇ ਕੰਮਾਂ ਤੋਂ ਆਰਾਮ ਕਰਦਾ ਹੈ। ਉਹ ਆਪਣੇ ਕੰਮਾਂ ਤੋਂ ਆਰਾਮ ਕਰਦਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ। ਇਸ ਲਈ ਆਓ ਅਸੀਂ ਉਸ ਵਿੱਚ ਦਾਖਲ ਹੋਣ ਦੀ ਪੂਰੀ ਕੋਸ਼ਿਸ਼ ਕਰੀਏ। ਸਾਡੇ ਵਿੱਚੋਂ ਕਿਸੇ ਨੂੰ ਅਵਿਸ਼ਵਾਸ ਦੇ ਕਾਰਨ ਪਿੱਛੇ ਨਹੀਂ ਰਹਿ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਉਹ ਰਹਿ ਗਏ ਸਨ। ਕੌਣ? ਇਜ਼ਰਾਈਲੀ ਲੋਕ। ਸੋ ਕੀ ਅਸੀਂ ਜਿਸ ਵੇਲੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦੇ ਆ ਤੇ ਸਾਡੇ ਕੋਲ ਜਿਹੜੀ ਢਾਲ ਆ ਉਹ ਸਾਡੇ ਵਿਸ਼ਵਾਸ ਦੀ ਢਾਲ, ਜਿਹੜਾ ਸਾਡਾ ਯਿਸੂ ਦੇ ਉੱਤੇ ਭਰੋਸਾ ਆ, ਔਰ ਸਾਡੇ ਭਰੋਸੇ ਦੀ ਨੀਂਵ ਇੱਕੋ ਹੀ ਆ, ਸਾਡੇ ਭਰੋਸੇ ਦੀ ਉਚਾਈ ਇੱਕੋ ਹੀ ਆ, ਸਾਡੇ ਭਰੋਸੇ ਦੀ ਲੰਬਾਈ ਇੱਕੋ ਹੀ ਆ, ਚੌੜਾਈ ਇੱਕੋ ਹੀ ਆ, ਔਰ ਗਹਿਰਾਈ ਇੱਕੋ ਹੀ ਆ, ਔਰ ਹੈ ਯਿਸੂ ਮਸੀਹ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹਦੇ ਤੇ ਭਰੋਸਾ ਕੀਤਾ ਜਾ ਸਕੇ। ਯਿਸੂ ਤੇ ਭਰੋਸਾ ਕਰਨ ਦੇ ਨਾਲ ਪਵਿੱਤਰ ਆਤਮਾ ਮਿਲਦਾ, ਨਾ ਕਿ ਪਵਿੱਤਰ ਆਤਮਾ ਤੇ ਭਰੋਸਾ ਕਰਨ ਦੇ ਨਾਲ ਯਿਸੂ ਮਿਲਦਾ। ਸਾਡੀਆਂ ਬਹੁਤ ਸਾਰੀਆਂ ਸਿੱਖਿਆਵਾਂ ਜਿਹੜੀਆਂ ਉਹ ਹੇਵਾਇਰ ਹੋ ਚੁੱਕੀਆਂ। ਅਸੀਂ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆ ਗਏ ਔਰ ਅਸੀਂ ਪ੍ਰਭੂ ਦੀਆਂ ਗਿਫਟਾਂ ਨੂੰ, ਪ੍ਰਭੂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਉਹਨਾਂ ਨੂੰ ਹੀ ਪ੍ਰਭੂ ਮੰਨ ਕੇ ਬਹਿ ਗਏ। ਨੋ, ਉਹ ਚੀਜ਼ਾਂ ਜੇ ਯਿਸੂ ਦੇ ਕਾਰਨ ਮਿਲੀਆਂ ਤੇ ਪ੍ਰਭੂ ਦਾ ਸ਼ੁਕਰ ਆ। ਜੇ ਉਸ ਵਿਸ਼ਵਾਸ ਦੇ ਕਰਕੇ ਮਿਲੀਆਂ ਤੇ ਪ੍ਰਭੂ ਦਾ ਸ਼ੁਕਰ ਆ। ਜੇ ਮੈਂ ਆਪਣੀਆਂ ਚਲਾਕੀਆਂ ਦੇ ਨਾਲ ਇਕੱਠੀਆਂ ਕੀਤੀਆਂ ਤੇ ਉਹਦੇ ਲਈ ਮੈਨੂੰ ਪ੍ਰਭੂ ਦਾ ਸ਼ੁਕਰ ਕਰਨ ਦੀ ਲੋੜ ਨਹੀਂ। ਔਰ ਉਹ ਸ਼ੁਕਰਗੁਜ਼ਾਰੀ ਪਵਿੱਤਰ ਨਹੀਂ, ਉਹ ਸ਼ੁਕਰਗੁਜ਼ਾਰੀ ਦਾ ਤੇਲ ਉਹਦੇ ਘਰ ਤੱਕ ਨਹੀਂ ਪਹੁੰਚੇਗਾ, ਉਸ ਦੀ ਸੁਗੰਧ, ਉਹ ਸੁਗੰਧ ਬਲੀ ਉੱਥੇ ਤੱਕ ਨਹੀਂ ਜਾਏਗੀ, ਕਿਉਂਕਿ ਉਹਦੇ ਵਿੱਚ ਦੁਰਗੰਧ ਆ, ਉਹਦੇ ਵਿੱਚ ਮੇਰੀ ਚਲਾਕੀ ਆ। ਠੀਕ, ਸੋ ਇਸ ਕਰਕੇ ਉਹ ਕਹਿੰਦਾ ਕੋਈ ਵੀ ਪਿੱਛੇ ਨਾ ਰਹਿ ਜਾਏ। ਵਿਸ਼ਵਾਸ ਜਿਹੜਾ ਸਾਨੂੰ ਅੱਗੇ ਲੈ ਕੇ ਜਾਂਦਾ, ਔਰ ਉਹਦੇ ਲਈ ਪਰਖਦਾ ਕੌਣ ਆ? ਪਰਮੇਸ਼ਰ ਦਾ ਵਚਨ ਜਿਉਂਦਾ ਅਤੇ ਕਿਰਿਆਸ਼ੀਲ ਹੈ। ਇਹ ਦੋ ਧਾਰੀ ਤਲਵਾਰ ਤੋਂ ਵੀ ਤਿੱਖਾ ਹੈ। ਇਹ ਜਾਨ ਆਤਮਾ ਜੋੜ ਗੁੱਦੇ ਨੂੰ ਵਿੰਨ ਕੇ ਆਰ ਪਾਰ ਹੋ ਜਾਂਦਾ ਹੈ। ਇਹ ਦਿਲ ਦੀਆਂ ਖਿਆਲਾਂ ਅਤੇ ਇਰਾਦਿਆਂ ਦੀ ਜਾਂਚ ਕਰਦਾ ਹੈ। ਪ੍ਰਭੂ ਦਾ ਸ਼ਬਦ ਮੈਨੂੰ ਦੱਸਦਾ ਕਿ ਮੈਂ ਕਿੱਥੇ ਖੜਾ। ਪ੍ਰਭੂ ਦਾ ਸ਼ਬਦ ਮੈਨੂੰ ਛੱਜ ਦੇ ਵਿੱਚ ਪਾ ਕੇ ਛੱਡਦਾ ਔਰ ਮੇਰੀ ਤੂੜੀ ਮੈਨੂੰ ਦਿਖਾਉਂਦਾ।
ਮੈਨੂੰ ਦਿਖਾਉਂਦਾ ਕਿ ਤੇਰੇ ਵਿੱਚ ਕਣਕ ਕਿੰਨੀ ਆ ਤੇ ਤੇਰੇ ਵਿੱਚ ਤੂੜੀ ਕਿੰਨੀ ਆ। ਔਰ ਜਿੰਨੀ ਦੇਰ ਤੱਕ ਉਸ ਤੂੜੀ ਨੂੰ ਮੈਂ ਪ੍ਰਭੂ ਦੀ ਅੱਗ ਦੇ ਕੋਲ ਨਹੀਂ ਲੈ ਕੇ ਜਾਂਦਾ, ਉਹ ਤੂੜੀ ਮੇਰੇ ਅੰਦਰ ਭਰੀ ਰਹਿੰਦੀ ਹੈ। ਔਰ ਜਿਸ ਵੇਲੇ ਉਸ ਨੂੰ ਮੈਂ ਪ੍ਰਭੂ ਦੀ ਅੱਗ ਦੇ ਵਿੱਚ ਲੈ ਕੇ ਜਾਣਾ ਤੇ ਪ੍ਰਭੂ ਉਸ ਨੂੰ ਸਾੜਦਾ ਔਰ ਉਹ ਜਗ੍ਹਾ ਖਾਲੀ ਹੁੰਦੀ ਅੰਦਰੋਂ, ਔਰ ਉੱਥੇ ਪ੍ਰਭੂ ਦੀ ਹਜ਼ੂਰੀ ਭਰੀ ਜਾਂਦੀ, ਉੱਥੇ ਆਪਣੀ ਹਜ਼ੂਰੀ ਨੂੰ ਭਰਦਾ। ਫਿਰ ਮੈਂ ਘਟਦਾ, ਉਹ ਵੱਧਦਾ, ਮੈਂ ਘਟਦਾ, ਮੇਰਾ ਪ੍ਰਭੂ ਵੱਧਦਾ, ਮੇਰਾ ਯਿਸੂ ਵੱਧਦਾ ਮੇਰੇ ਅੰਦਰ। ਜੇ ਯਿਸੂ ਆ ਤੇ ਆਤਮਾ ਆ, ਜੇ ਯਿਸੂ ਨਹੀਂ ਤੇ ਆਤਮਾ ਵੀ ਨਹੀਂ। ਆਤਮਾ ਦੀ ਪੂਜਾ ਹੋ ਰਹੀ ਹੈ, ਜਦਕਿ ਸਾਨੂੰ ਆਤਮਾ ਦਾ ਨਾਮ ਵੀ ਨਹੀਂ ਪਤਾ। ਸਿਰਫ ਉਸ ਦਾ ਸਾਨੂੰ ਇੱਕੋ ਹੀ ਨਾਮ ਪਤਾ, ਰੂਹ ਕੇ ਉਹ ਇੱਕ ਸਾਹ ਹੈ। ਔਰ ਸਾਨੂੰ ਉਸਦੀ ਪੂਜਾ ਕਰਨ ਨੂੰ ਕਿਤੇ ਨਹੀਂ ਕਿਹਾ ਗਿਆ। ਪੂਜਾ ਕਰਨ ਦੇ ਲਈ ਸਾਨੂੰ ਇੱਕੋ ਹੀ ਨਾਮ ਦਿੱਤਾ ਗਿਆ, ਔਰ ਉਹ ਹੈ ਯਹੋਸ਼ੂਆ, ਯਿਸੂ ਆਪ, ਜੋ ਸਾਨੂੰ ਜਿੱਤ ਦੇ ਵੱਲ ਨੂੰ ਲੈ ਕੇ ਜਾਂਦਾ। ਉਹ ਸਾਡੇ 13ਵੀਂ ਆਇਤ, ਇਸ ਲਈ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਪਰਮੇਸ਼ਰ ਤੋਂ ਲੁਕੀ ਹੋਈ ਹੈ ਨਹੀਂ ਹੈ, ਜਿਸ ਦੇ ਸਾਹਮਣੇ ਅਸੀਂ ਆਪਣਾ ਲੇਖਾ ਦੇਣਾ ਹੈ। ਉਸ ਦੀਆਂ ਅੱਖਾਂ ਸਾਹਮਣੇ ਹਰ ਕੋਈ ਚੀਜ਼ ਨੰਗੀ ਅਤੇ ਖੁੱਲੀ ਹੈ। ਐਂਡ ਦੈਟਸ ਵਾਟ ਪ੍ਰਭੂ ਦਾ ਸ਼ਬਦ ਸਾਡੇ ਲਈ ਕਰਦਾ। ਇਹ ਤਲਵਾਰ ਜਿਹੜੀ ਆ, ਇਹ ਕੰਮ ਕਰਦੀ ਆ। ਔਰ ਦੇਖੋ, ਇਹ ਤਲਵਾਰ ਵੀ ਸਾਨੂੰ ਅੰਦਰ ਦੀ ਸਰਜਰੀ ਕਰਨ ਦੇ ਲਈ ਦਿੱਤੀ ਗਈ ਹੈ। ਔਰ ਡਾਕਟਰ ਨੇ ਸਕੈਪਲ ਨਹੀਂ ਫੜਿਆ ਹੁੰਦਾ ਜਿਹਨੂੰ ਸਰਜਰੀ ਕਰਦਾ, ਇਹ ਵੀ ਸਰਜਰੀ ਕਰਨ ਨੂੰ ਦਿੱਤੀ ਗਈ ਹੈ, ਆਪਣੀ ਸਰਜਰੀ। ਜੇ ਅਸੀਂ ਆਪ ਚੱਟਾਨ ਤੇ ਖੜੇ ਹੋਵਾਂਗੇ ਤਾਂ ਰੇਤ ਦੇ ਵਿੱਚ ਖੁੱਬੇ ਨੂੰ ਬਾਹਰ ਕੱਢ ਸਕਾਂਗੇ। ਜੇ ਅਸੀਂ ਦੋਨੇ ਹੀ ਰੇਤ ਦੇ ਵਿੱਚ ਖੜੇ ਹਾਂ ਤੇ ਅਸੀਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ। ਔਰ ਪ੍ਰਭੂ ਇਹਨਾਂ ਹੱਥਾਂ ਨੂੰ ਵਰਤਣੇ ਮੰਗਦਾ, ਪ੍ਰਭੂ ਇਸ ਸੋਚ ਨੂੰ ਵਰਤਣਾ ਮੰਗਦਾ, ਪ੍ਰਭੂ ਹਰ ਇੱਕ ਚੀਜ਼, ਹਰ ਇੱਕ ਅੰਗ ਨੂੰ ਵਰਤਣਾ ਮੰਗਦਾ ਆਪਣੀ ਗਲੋਰੀ ਦੇ ਲਈ, ਉਹਦੀ ਆਪਣੀ ਮਹਿਮਾ ਦੇ ਲਈ। ਸੋ ਇਹ ਜਿਹੜਾ ਪ੍ਰਭੂ ਦਾ ਸ਼ਬਦ ਆ, ਇਹ ਸਾਡੀ ਸਰਜਰੀ ਕਰਦਾ। ਇਹ ਸਾਡੇ ਵਿੱਚੋਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਭੂ ਨੂੰ ਪਸੰਦ ਨਹੀਂ, ਉਹ ਦਿਖਾਉਂਦਾ। ਔਰ ਜਿਸ ਵੇਲੇ ਅਸੀਂ ਉਹਨਾਂ ਨੂੰ ਚਾਨਣ ਦੇ ਵਿੱਚ ਲੈ ਕੇ ਆਉਂਦੇ ਹਾਂ, ਪ੍ਰਭੂ ਦੇ ਹਜ਼ੂਰੀ ਦੇ ਵਿੱਚ ਲੈ ਕੇ ਆਉਂਦੇ, ਚਾਨਣ ਦੇ ਵਿੱਚ ਲੈ ਕੇ ਆਉਣਾ ਤੇ ਉਹਨਾਂ ਨੂੰ ਸਾੜਦਾ। ਇਸ ਕਰਕੇ ਉਹ ਕਹਿੰਦਾ, ਇਸ ਲਈ ਸਾਡਾ ਇੱਕ ਮਹਾਨ ਪੁਰੋਹਿਤ ਹੈ ਜੋ ਅਸਮਾਨਾਂ ਦੇ ਪਾਰ ਗਿਆ, ਅਰਥਾਤ ਪਰਮੇਸ਼ਰ ਦਾ ਪੁੱਤਰ ਯਿਸੂ। ਸਾਡਾ ਮਹਾਪੁਰੋਹਿਤ ਇਹੋ ਜਿਹਾ ਨਹੀਂ ਹੈ ਕਿ ਜੋ ਸਾਡੇ ਨਾਲ ਸਾਡੀਆਂ ਕਮਜ਼ੋਰੀਆਂ ਦੇ ਵਿੱਚ ਹਮਦਰਦੀ ਨਾ ਕਰ ਸਕੇ, ਕਿਉਂਕਿ ਉਹ ਆਪ ਸਾਡੇ ਵਾਂਗ ਹਰ ਗੱਲ ਦੇ ਵਿੱਚ ਪਰਖਿਆ ਗਿਆ, ਪਰ ਫਿਰ ਵੀ ਨਿਰਦੋਸ਼ ਠਹਿਰਿਆ। ਇਸ ਲਈ ਆਓ ਅਸੀਂ ਭਰੋਸੇ ਦੇ ਨਾਲ ਕਿਰਪਾ ਦੇ ਸਿੰਘਾਸਨ ਦੇ ਨੇੜੇ ਚੱਲੀਏ ਅਤੇ ਅਸੀਂ ਲੋੜ ਸਮੇਂ ਦਇਆ ਅਤੇ ਉਸ ਦੀ ਕਿਰਪਾ ਦੁਆਰਾ ਮਦਦ ਪ੍ਰਾਪਤ ਕਰੀਏ। ਇਹ ਹੈ ਪ੍ਰਭੂ ਦੀ ਤਲਵਾਰ, ਔਰ ਇਹ ਸਾਨੂੰ ਜਿਹੜੀ ਦਿੱਤੀ ਗਈ ਆ, ਉਹ ਇਸ ਕਰਕੇ ਦਿੱਤੀ ਗਈ। ਦੇਖੋ, ਸ਼ੈਤਾਨ ਕਿਸੇ ਤੇ ਫਿਜ਼ੀਕਲ ਹਮਲਾ ਨਹੀਂ ਕਰਦਾ। ਸ਼ੈਤਾਨ ਸਿਰਫ ਉਸੇ ਚੀਜ਼ ਦੇ ਉੱਤੇ ਹਮਲਾ ਕਰ ਸਕਦਾ ਜਿਹੜਾ ਦਰਵਾਜ਼ਾ ਅਸੀਂ ਖੋਲਿਆ ਹੈ ਉਹਦੇ ਲਈ। ਔਰ ਜਦ ਉਸਦਾ ਹਮਲਾ ਆਏਗਾ, ਉਸਦਾ ਹਮਲਾ ਹਮੇਸ਼ਾ ਸਾਨੂੰ ਇਹ ਦਿਖਾਉਂਦਾ ਮੈਂ ਜੋ ਗਲਤ ਕੀਤਾ ਹੈ, ਉਹ ਦਿਖਾਉਂਦਾ ਬਾਰ-ਬਾਰ। ਉਹ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਫਿਰ ਅੰਦਰੋਂ ਅੰਦਰ ਹੀ ਆਪਣੀ ਜਿਹੜੀ ਡਿਫੀਟ ਆ ਉਹਨੂੰ ਮੰਨੀ ਚਲੀ ਜਾਂਦੀ। ਔਰ ਫਿਰ ਉਹ ਇਸ ਚੀਜ਼ ਦੇ ਉੱਤੇ ਸਾਨੂੰ ਲੈ ਕੇ ਆਉਂਦਾ, ਮੈਂ ਤਾਂ ਪ੍ਰਭੂ ਦੇ ਯੋਗ ਨਹੀਂ, ਮੈਂ ਤਾਂ ਪ੍ਰਭੂ ਦੇ ਯੋਗ ਨਹੀਂ। ਉੱਥੋਂ ਫਿਰ ਦੋ ਰਸਤੇ ਨਿਕਲਦੇ, ਜਾਂ ਅਸੀਂ ਡਿਪਰੈਸ ਹੋ ਜਾਂਦੇ ਹਾਂ,
ਜਾਂ ਅਸੀਂ ਕਹਿੰਦੇ ਵੀ ਜਿੱਦਾਂ ਬਾਕੀ ਦੇ ਲੋਕ ਕਰਦੇ ਉਹ ਅਸੀਂ ਵੀ ਕਰੀ ਜਾਂਦੇ, ਅਸੀਂ ਵੀ ਕਰੀ ਜਾਂਦੇ। ਕੀ ਫਰਕ ਸਾਰੀ ਦੁਨੀਆ ਕਰਦੀ ਹੈ। ਇਹ ਚੀਜ਼ਾਂ ਜਿਹੜੀਆਂ ਸਾਨੂੰ ਜਿਸ ਵੇਲੇ ਉਹ ਚੀਜ਼ਾਂ ਫੀਲ ਹੁੰਦੀਆਂ ਹੋਣ, ਜਿਸ ਲਈ ਉਹ ਚੀਜ਼ਾਂ ਦੇ ਦੁਆਲੇ ਉਹ ਹੋਇਆ ਹੁੰਦਾ, ਉਹ ਸਾਨੂੰ ਯਾਦ ਕਰਾਉਂਦਾ ਹੁੰਦਾ, ਉਹ ਮੌਕਾ ਹੈ। ਨੰਬਰ 1, accepted। ਦੂਸਰੀ ਚੀਜ਼, ਉਸ ਚੀਜ਼ ਨੂੰ ਸਵੀਕਾਰ ਕਰਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਓ, ਪ੍ਰਭੂ ਨੂੰ ਦਿਓ। ਔਰ ਜਿਸ ਲਈ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲਿਆ ਕੇ ਉਸ ਨੂੰ ਦੇਵਾਂਗੇ, ਜਿਸ ਲਈ ਫਿਰ ਅਗਲੀ ਵਾਰੀ ਆਏਗਾ, ਤੇ ਫਿਰ ਅਸੀਂ ਕਹਿ ਸਕਦੇ ਹਾਂ ਪ੍ਰਭੂ ਦਾ ਸ਼ੁਕਰ ਹੈ ਕਿ ਉਸਨੇ ਮੇਰੀ ਉਹ ਜਗ੍ਹਾ ਹੀਲ ਕਰ ਦਿੱਤੀ। ਇੱਕ ਅਜੀਬ ਖੁਸ਼ੀ ਇਨਸਾਨ ਦੇ ਮਨ ਨੂੰ ਆਉਂਦੀ ਹੈ, ਇੱਕ ਅਜੀਬ ਅਹਿਸਾਸ ਜਿਹਾ ਜ਼ਿੰਦਗੀ ਦੇ ਵਿੱਚ ਭਰਦਾ, ਇੱਕ ਅਜੀਬ ਜਿਹੀ ਤਾਕਤ ਆਉਂਦੀ ਹੈ। ਔਰ ਉਹ ਤਾਕਤ ਸਾਨੂੰ ਘਮੰਡੀ ਨਹੀਂ ਕਰਦੀ, ਬਲਕਿ ਨਮਰ ਕਰਦੀ ਹੈ, ਨਮਰ ਕਰਦੀ ਹੈ। ਮੇਰਾ ਬਾਹਰ ਬੂਟਾ ਲਗਾਇਆ ਪਲਮਾਂ ਦਾ, ਇਸ ਵੇਲੇ ਨਾ ਉੱਤੇ ਪੱਤੇ ਤੇ ਨਾ ਉਹਨੂੰ ਫਲ, ਤੇ ਇਸ ਵੇਲੇ ਉਹਦੀਆਂ ਟਾਹਣੀਆਂ ਜਿਹੜੀਆਂ ਏਦਾਂ ਖੜੀਆਂ ਤਾਂ ਨੂੰ ਸਿਰ ਕਰਕੇ। ਪਰ ਜਿੱਦਾਂ ਹੀ ਹੁਣ ਮੌਸਮ ਚੇਂਜ ਹੋਣਾ, ਪੱਤੇ ਫਿਰ ਫੁੱਲ ਲਾਉਣੇ, ਫਿਰ ਉਹਨੂੰ ਫਲ ਲੱਗਣਾ, ਤੇ ਉਹਦੇ ਥੱਲਿਓਂ ਘਾਹ ਕੱਟਣਾ ਮੁਸ਼ਕਲ ਹੋਇਆ ਹੁੰਦਾ, ਜਿਸ ਲਈ ਉਹਦੀਆਂ ਟਾਹਣੀਆਂ ਫਲ ਦੇ ਨਾਲ ਝੁਕੀਆਂ ਹੁੰਦੀਆਂ। ਸੋ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਦਾ ਫਲ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ, ਉਹ ਨਮਰਤਾ ਲੈ ਕੇ ਆਉਂਦਾ, ਉਹ ਨਮਰਤਾ ਲੈ ਕੇ ਆਉਂਦਾ। ਔਰ ਉਹ ਜਿਹੜਾ ਫਲ ਆ, ਉਹ ਉਸ ਵੇਲੇ ਸੁੰਦਰ ਲੱਗਦਾ ਕਿ ਜਿਸ ਵੇਲੇ ਬੂਟੇ ਦੀ ਪੂਰੀ ਤਰ੍ਹਾਂ ਪ੍ਰੂਨਿੰਗ ਕੀਤੀ ਹੋਵੇ, ਸਹੀ ਟਾਹਣੀ ਰੱਖੀ ਹੋਵੇ। ਉਸ ਟਾਹਣੀ ਦੀ ਲੈਂਥ ਕਿੰਨੀ ਮੈਂ ਰੱਖਣੀ ਹੈ, ਉਹ ਜਿਹੜੀਆਂ ਟਾਹਣੀਆਂ ਲੱਗੀਆਂ ਉਹਨਾਂ ਵਿੱਚੋਂ ਕਿੰਨੀਆਂ ਟਾਹਣੀਆਂ ਮੈਂ ਰੱਖਣੀਆਂ, ਕਿੰਨੀਆਂ ਨਹੀਂ ਰੱਖਣੀਆਂ। ਹਰ ਟਾਹਣੀ ਨੂੰ ਫਿਰ ਵੀ ਉਸ ਦੇ ਅੱਗੇ 4-4, 5-5 ਇੰਚ ਫਿਰ ਕੱਟਣਾ ਉਸਨੂੰ, ਫਿਰ ਜਿਹੜਾ ਉਸਨੂੰ ਫਲ ਲੱਗਣਾ, ਫਿਰ ਉਹ ਐਡਾ ਫਲ ਲੱਗਣਾ ਉਸਨੂੰ, ਔਰ ਸੁੰਦਰ ਲੱਗਣਾ ਉਸਨੇ। ਬੂਟਾ ਦੇਖਣ ਨੂੰ ਵੀ ਸੋਹਣਾ ਲੱਗਦਾ। ਤੁਸੀਂ ਇਹੀ ਪ੍ਰਭੂ ਸਾਡੇ ਨਾਲ ਕਰਨਾ ਚਾਹੁੰਦਾ। ਯਿਸੂ ਏਦਾਂ ਦੇ ਫਲ ਸਾਨੂੰ ਦੇਣੇ ਮੰਗਦਾ। ਇਹੋ ਇਸ ਤਰ੍ਹਾਂ ਦੀ ਕਿਰਪਾ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀ ਮੰਗਦਾ। ਔਰ ਫਿਰ ਅਸੀਂ ਨਿਡਰ ਹੋ ਕੇ ਪ੍ਰਭੂ ਦੇ ਸਿੰਘਾਸਨ ਦੇ ਸਾਹਮਣੇ ਜਾਂਦੇ ਹਾਂ, ਔਰ ਆਪਣੀ ਕਿਰਪਾ ਔਰ ਆਪਣੀ ਦਇਆ ਦੇ ਕਰਕੇ ਉਹ ਸਾਨੂੰ ਬਰਕਤਾਂ ਦਿੰਦਾ। ਤੁਹਾਡੇ ਕੋਲ ਸਮਾਂ ਹੋਇਆ ਤੇ ਜ਼ਬੂਰ ਜਿਹੜਾ 119 ਉਸ ਨੂੰ ਸਾਰਾ ਪੜ੍ਹਿਓ। 946 ਪੰਨਾ ਪੁਰਾਣੇ ਨਿਯਮ ਦੇ ਵਿੱਚੋਂ ਅਸੀਂ ਸਿਰਫ ਇਸ ਦੀਆਂ ਥੋੜੀਆਂ ਜਿਹੀਆਂ ਆਇਤਾਂ ਹੀ ਪੜਾਂਗੇ। ਮੇਰੇ ਨਾਲ ਇਸ ਦੀਆਂ 97 ਤੋਂ ਲੈ ਕੇ 104 ਆਇਤ, 946 ਪੰਨਾ ਜਿਸ ਨੂੰ ਮਿਲ ਸਕਦਾ। ਪ੍ਰਭੂ ਦੀ ਵਿਵਸਥਾ ਲਈ ਪਿਆਰ। ਹੇ ਪ੍ਰਭੂ, ਮੈਨੂੰ ਤੇਰੀ ਵਿਵਸਥਾ ਨਾਲ ਪਿਆਰ ਹੈ। ਸਾਰਾ ਦਿਨ ਮੈਂ ਇਸੇ ਤੇ ਧਿਆਨ ਕਰਦਾ ਹਾਂ। ਤੇਰੇ ਹੁਕਮ ਹਮੇਸ਼ਾ ਮੇਰੇ ਨਾਲ ਰਹਿ ਕੇ ਮੈਨੂੰ ਮੇਰੇ ਵੈਰੀਆਂ ਤੋਂ ਅਧਿਕ ਬੁੱਧੀਮਾਨ ਬਣਾਉਂਦੇ ਹਨ। ਮੈਂ ਉਹਨਾਂ ਨੂੰ ਆਪਣੇ ਸਿੱਖਿਆਂ ਨਾਲੋਂ ਵੀ ਅਧਿਕ ਸਮਝਦਾ ਹਾਂ, ਕਿਉਂਕਿ ਤੇਰੀਆਂ ਸਾਖੀਆਂ ਹੀ ਮੇਰੇ ਮੰਨਣ ਦਾ ਆਧਾਰ ਹਨ। ਮੈਂ ਉਹਨਾਂ ਨੂੰ ਬਜ਼ੁਰਗਾਂ ਤੋਂ ਵੀ ਅਧਿਕ ਸਮਝਦਾ ਹਾਂ, ਕਿਉਂਕਿ ਮੈਂ ਤੇਰੀਆਂ ਸਿੱਖਿਆਵਾਂ ਨੂੰ ਮੰਨਦਾ ਹਾਂ। ਮੈਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਬੁਰੇ ਕੰਮ ਤੋਂ ਦੂਰ ਰੱਖਦਾ ਹਾਂ ਕਿ ਮੈਂ ਤੇਰੇ ਵਚਨ ਨੂੰ ਪੂਰਾ ਕਰਾਂ। ਮੈਂ ਤੇਰੇ ਨਿਯਮਾਂ ਤੋਂ ਦੂਰ ਨਹੀਂ ਜਾਂਦਾ, ਕਿਉਂਕਿ ਉਹ ਆਪ ਮੈਨੂੰ ਸਿਖਾਏ ਹਨ। ਤੂੰ ਆਪ ਮੈਨੂੰ ਸਿਖਾਏ ਹਨ। ਤੇਰੇ ਵਚਨ ਕਿੰਨੇ ਸਵਾਦਲੇ ਹਨ, ਉਹ ਸ਼ਹਿਦ ਤੋਂ ਵੀ ਅਧਿਕ ਮਿੱਠੇ ਹਨ। ਤੇਰੀਆਂ ਸਿੱਖਿਆਵਾਂ ਮੇਰੀ ਬੁੱਧੀ ਦਾ ਸੋਮਾ ਹਨ, ਇਸ ਲਈ ਮੈਂ ਹਰ ਝੂਠੇ ਕੰਮ ਨੂੰ ਘਿਰਣਾ ਕਰਦਾ ਹਾਂ। ਪ੍ਰਭੂ ਦਾ ਸ਼ੁਕਰ ਹੈ ਉਸਦੇ ਜਿਹੜਾ ਉਸਨੇ ਮੈਨੂੰ ਸਾਨੂੰ ਵਚਨ ਦਿੱਤਾ। ਇਹ ਉਸਦੀ ਬੜੀ ਵੱਡੀ ਰਹਿਮ। ਆਰਥੋਡਾਕਸ ਜੂਇਸ਼ ਗਰੁੱਪ ਆ,
ਉਹ ਸਾਰੇ ਪ੍ਰਭੂ ਦੇ ਗਾ ਕੇ ਪ੍ਰਭੂ ਦੀਆਂ ਸਾਰੀਆਂ ਜਿਹੜੀਆਂ ਪ੍ਰਭੂ ਨੇ ਉਹਨਾਂ ਦੇ ਲਈ ਕੰਮ ਕੀਤੇ ਆ ਨਾ, ਉਹ ਸਾਰੇ ਗਾ ਕੇ ਉਸ ਦੀ ਸ਼ੁਕਰਗੁਜ਼ਾਰੀ ਕਰਦੇ। ਉਹ ਜਿਸ ਤਰ੍ਹਾਂ ਉਹ ਗਾਉਂਦੇ ਕਿ ਸਾਡੇ ਅਬਰਾਹਮ ਦੇ ਘਰ ਕੋਈ ਸੰਤਾਨ ਨਹੀਂ ਸੀ, ਪਰ ਤੂੰ ਉਸ ਨੂੰ ਇਜ਼ਹਾਕ ਦਿੱਤਾ ਔਰ ਉਸ ਦੇ ਰਾਹੀਂ ਤਾਰਿਆਂ ਤੋਂ ਵੀ ਜ਼ਿਆਦਾ ਗਿਣਤੀ ਦੀ ਸੰਤਾਨ ਦਿੱਤੀ। ਪਰ ਤੂੰ ਸਾਨੂੰ ਆਪਣਾ ਸ਼ਬਦ ਦਿੱਤਾ, ਅਗਰ ਉਹ ਸੰਤਾਨ ਨਾ ਵੀ ਦਿੰਦਾ ਤੇ ਤੇਰਾ ਸ਼ਬਦ ਹੀ ਕਾਫੀ ਹੈ। ਔਰ ਫਿਰ ਤੂੰ ਸਾਨੂੰ ਸਮੁੰਦਰ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਇਆ ਔਰ ਤੂੰ ਸਾਨੂੰ ਸਾਡਾ ਆਪਣਾ ਦੇਸ਼ ਦਿੱਤਾ। ਪਰ ਜੇ ਤੂੰ ਇਹ ਸਾਰੀਆਂ ਚੀਜ਼ਾਂ ਨਾ ਵੀ ਦਿੰਦਾ ਤਾਂ ਵੀ ਤੇਰਾ ਸ਼ਬਦ ਹੀ ਕਾਫੀ ਆ, ਕਿਉਂਕਿ ਇਹ ਸਭ ਤੋਂ ਵੱਡੀ ਦਇਆ ਤੂੰ ਸਾਡੇ ਤੇ ਕੀਤੀ ਆ। ਸੋ ਇਸ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਨੂੰ ਗਾਉਂਦੇ ਆ ਔਰ ਉਸਦੀ ਸ਼ੁਕਰਗੁਜ਼ਾਰੀ ਕਰਦੇ ਆ। ਲੇਕਿਨ ਹਮੇਸ਼ਾ ਜਿਹੜੀ ਉਹਦੀ ਸ਼ੁਕਰਗੁਜ਼ਾਰੀ ਖਤਮ ਕਰਦੇ ਉਹ ਇਸ ਚੀਜ਼ ਦੇ ਉੱਤੇ ਲਿਆਕਤ ਕਰਦੇ ਆ, ਜੇ ਤੂੰ ਉਹ ਨਾ ਵੀ ਕਰਦਾ ਤਾਂ ਵੀ ਕੋਈ ਨਹੀਂ, ਪਰ ਜਿਹੜਾ ਤੂੰ ਸਾਨੂੰ ਆਪਣਾ ਸ਼ਬਦ ਦਿੱਤਾ ਇਹੋ ਹੀ ਸਾਡੇ ਲਈ ਕਾਫੀ ਹੈ, ਇਹੋ ਹੀ ਸਾਡੇ ਲਈ ਕਾਫੀ ਹੈ। ਸੋ ਇਹ ਉਹ ਚੀਜ਼ਾਂ ਦੇਖਦੇ। ਇਹਦੇ ਵਿੱਚ 2 ਆਇਤਾਂ ਜਿਹੜੀਆਂ ਜਿਸ ਲਈ ਮੈਂ ਸਭ ਤੋਂ ਪਹਿਲਾਂ ਬਾਈਬਲ ਪੜ੍ਹੀ ਸੀ, ਇਹਦੀਆਂ 2 ਆਇਤਾਂ ਮੇਰੇ ਦਿਲ ਦੇ ਵਿੱਚ ਖੁੱਭ ਗਈਆਂ ਸੀ, ਜਿਨ੍ਹਾਂ ਨੇ ਮੇਰੀ ਅੱਜ ਤੱਕ ਮਦਦ ਕੀਤੀ ਹੈ। ਔਰ ਜਿਹੜੀਆਂ 2 ਆਇਤਾਂ ਉਹ ਇਹ ਆ, ਆਇਤ 99 ਔਰ ਤੇ 100। ਸੋ ਪ੍ਰਭੂ ਦਾ ਵਚਨ, ਮੈਂ ਉਹਨਾਂ ਨੂੰ ਯਾਨੀ ਕਿ ਪ੍ਰਭੂ ਦੇ ਵਚਨ ਨੂੰ ਆਪਣੇ ਸਿੱਖਾਂ ਦੇ ਨਾਲੋਂ ਵੀ ਅਧਿਕ ਸਮਝਦਾ ਹਾਂ, ਕਿਉਂਕਿ ਤੇਰੀਆਂ ਸਾਖੀਆਂ ਹੀ ਮੇਰੇ ਮੰਨਣ ਦਾ ਕਾਰਨ ਹੈ। ਮੈਂ ਉਹਨਾਂ ਨੂੰ ਆਪਣੇ ਬਜ਼ੁਰਗਾਂ ਤੋਂ ਵੀ ਅਧਿਕ ਸਮਝਦਾ ਹਾਂ, ਕਿਉਂਕਿ ਮੈਂ ਤੇਰੀਆਂ ਸਾਖੀਆਂ ਸਿੱਖਿਆਵਾਂ ਨੂੰ ਮੰਨਦਾ। ਸਾਨੂੰ ਕਿਸੇ ਤੇ ਨਿਰਭਰ ਨਹੀਂ ਹੋਣਾ ਪੈਂਦਾ। ਜਿਸ ਇਨਸਾਨ ਨੇ ਇਸ ਜਿਉਂਦੇ ਸ਼ਬਦ ਦੇ ਉੱਤੇ ਆਪਣੀ ਨਿਰਭਰਤਾ ਛੱਡ ਦਿੱਤੀ, ਉਹਨੂੰ ਕਦੀ ਕਿਸੇ ਤੇ ਨਿਰਭਰ ਨਹੀਂ ਹੋਣਾ ਪਏਗਾ। ਔਰ ਇਹ ਪ੍ਰਭੂ ਯਿਸੂ ਦੀ ਤਲਵਾਰ ਜਿਹੜੀ ਉਸਨੇ ਸਾਨੂੰ ਦਿੱਤੀ ਹੈ, ਇਹ 2 ਧਾਰੀ ਤਲਵਾਰ ਆ। ਇੱਕ ਜਿਹੜੀ ਇਸ ਦੀ ਧਾਰ ਆ ਉਹ ਵੈਰੀ ਦੇ ਲਈ ਆ, ਜਿਹੜੀ ਦੂਜੀ ਧਾਰ ਆ ਉਹ ਮੇਰੇ ਲਈ। ਇਹ ਸਾਨੂੰ ਪ੍ਰਭੂ ਨੇ ਦਿੱਤਾ। ਸੋ ਪ੍ਰਭੂ ਦੇ ਸ਼ਬਦ ਦੇ ਉੱਤੇ ਮੈਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਿਖਾ ਸਕਦਾ, ਲੇਕਿਨ ਅਗਰ ਤੁਸੀਂ ਜ਼ਬੂਰ 119 ਪੜ੍ਹੋਗੇ ਤੇ ਤੁਹਾਨੂੰ ਇਸ ਦੇ ਵਿੱਚ ਅਗਰ ਧਿਆਨ ਦੇ ਨਾਲ ਪੜ੍ਹੋਗੇ ਤਾਂ ਤੁਹਾਨੂੰ ਬੜੀ ਹੀ ਬਰਕਤ ਮਿਲੇਗੀ। ਔਰ ਪ੍ਰਭੂ ਦੇ ਸ਼ਬਦ ਦੀ, ਜਿੱਥੇ ਉਹਨੇ ਕਿਹਾ ਨਾ ਤੇਰੀ ਵਿਵਸਥਾ, ਤੇਰੀਆਂ ਸਿੱਖਿਆਵਾਂ, ਤੇਰਾ ਸ਼ਬਦ, ਉਹ ਇੱਕੋ ਹੀ ਚੀਜ਼ ਆ। ਪ੍ਰਭੂ ਦਾ ਸ਼ਬਦ, ਪ੍ਰਭੂ ਦਾ ਵਚਨ, ਉਹ ਜਿਹੜੀਆਂ ਚੀਜ਼ਾਂ ਅਗਰ ਉਹਨਾਂ ਨੂੰ ਧਿਆਨ ਦੇ ਨਾਲ ਤੁਸੀਂ ਦੇਖੋਗੇ ਤਾਂ ਕਿੰਨੀਆਂ ਹੀ ਗੱਲਾਂ, ਕਿੰਨੇ ਹੀ ਉਹ ਮਿੱਠੇ ਤੀਰ ਤੁਹਾਡਿਆਂ ਦਿਲਾਂ ਦੇ ਵਿੱਚ ਆ ਕੇ ਵੱਜਣਗੇ ਔਰ ਉਹ ਜ਼ਿੰਦਗੀ ਪੈਦਾ ਕਰਨਗੇ, ਇੱਕ ਨਵੀਂ ਜ਼ਿੰਦਗੀ ਪੈਦਾ ਕਰਨਗੇ, ਪਸ ਕੱਢਣਗੇ ਅੰਦਰ ਦੀ ਜਿਹੜੀ ਪਸ ਆ ਉਸ ਨੂੰ ਬਾਹਰ ਕੱਢਣਗੇ, ਉਸ ਜ਼ਹਿਰ ਨੂੰ ਬਾਹਰ ਕੱਢਣਗੇ ਔਰ ਇਹ ਮਦਦ ਦਾ ਕਾਰਨ ਬਣਦੀ ਹੈ। ਔਰ ਇਹ ਪ੍ਰਭੂ ਦੀ ਬਰਕਤ ਜੋ ਤਲਵਾਰ ਉਸਨੇ ਸਾਨੂੰ ਦਿੱਤੀ ਆ। ਔਰ ਅਗਲਾ ਹਿੱਸਾ ਜਿਹੜਾ ਉਸ ਤੋਂ ਬਾਅਦ ਆਉਂਦਾ ਉਹ ਹੈ ਕਿ ਇਸ ਦਾ 6ਵਾਂ ਭਾਵ ਮੁੜ ਕੇ ਆ ਜਾਂਦੇ ਅਸੀਂ ਜਿੱਥੇ ਅਸੀਂ ਸੀਗੇ, ਅਫਸੀਆਂ ਦਾ 6ਵਾਂ ਭਾਵ। ਸੋ ਪ੍ਰਭੂ ਦਾ ਵਚਨ ਹੈ, ਉਸ ਨੂੰ ਲੈ ਲਵੋ। ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ ਅਤੇ ਪਰਮੇਸ਼ਰ ਤੋਂ ਮਦਦ ਮੰਗਦੇ ਰਹੋ ਅਤੇ ਪਰਮੇਸ਼ਰ ਦੇ ਲੋਕਾਂ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਇੱਥੇ ਜਿਹੜੀ ਇਹ ਚੀਜ਼ ਕਿ ਪ੍ਰਭੂ ਦੇ ਆਤਮਾ ਦੇ ਨਾਲ ਪ੍ਰਾਰਥਨਾ ਕਰਦੇ ਰਹੋ, ਇਸ ਨੂੰ ਵੀ ਇੰਨੀ ਬੁਰੀ ਤਰ੍ਹਾਂ ਤੋੜਿਆ ਮਰੋੜਿਆ ਗਿਆ ਕਿ ਇਸ ਵਿਚਾਰੀ ਆਇਤ ਨੂੰ ਦੇ ਵਿੱਚ ਰਹਿ ਹੀ ਕੱਖ ਨਹੀਂ ਗਿਆ। ਜਿਸ ਵੇਲੇ ਉਹ ਇਸ ਨੂੰ ਉਹ ਕਹਿੰਦੇ ਕਿ ਅਸੀਂ ਜਿੱਦਾਂ ਪ੍ਰਭੂ ਦੇ ਵਚਨ ਦੇ ਵਿੱਚ ਹੁਕਮ ਆ ਤੇ ਅਸੀਂ ਬੋਲੀਆਂ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ, ਬਈ ਇਹ ਚੀਜ਼ ਪ੍ਰਭੂ ਨਹੀਂ ਕਹਿੰਦਾ ਪਿਆ। ਧਿਆਨ ਦਿਓ ਪ੍ਰਭੂ ਕੀ ਕਹਿ ਰਿਹਾ। ਮੈਂ ਬੋਲੀਆਂ ਦੇ ਖਿਲਾਫ ਨਹੀਂ ਹੈਗਾ, ਪ੍ਰਭੂ ਨੇ ਤੁਹਾਨੂੰ ਦਿੱਤੀ ਹੈ, ਪ੍ਰਭੂ ਦਾ ਸ਼ੁਕਰ, ਖੂਬ ਬੋਲੋ, ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰੋ। ਔਰ ਹਮੇਸ਼ਾ ਜਿਸ ਵੇਲੇ ਪ੍ਰਭੂ ਬੋਲੀ ਦੇ ਵਿੱਚ ਬੋਲਦਾ, ਉਸ ਦਾ ਹੁਕਮ ਹਮੇਸ਼ਾ ਕੋਈ ਐਸਾ ਹੁੰਦਾ ਕਿ ਜਿਸ ਦੇ ਨਾਲ ਸਾਨੂੰ ਹਮੇਸ਼ਾ ਆਪਣੇ ਆਰਥਿਕ ਨੁਕਸਾਨ ਕਰਕੇ ਪ੍ਰਭੂ ਦੇ ਲਈ ਕੁਛ ਕਰਨ ਦਾ
मौका मिलता, वो हमेशा अगला हुक्म मिलता कि तू हुण इत्थे अगे इधर नूं जा, और वो जोखम तो घट नहीं हुंदा। पर जे असीं बोलियां बोल के घर आ गए हैं, घर आके बह गए हैं, there's something wrong। ਇਹ ਜਿਹੜਾ ਆਤਮਾ ਦੀਆਂ ਬੋਲੀ ਇਹ ਕਹਿ ਰਿਹਾ ਕਿ ਹਮੇਸ਼ਾ ਆਤਮਾ ਦੇ ਵਿੱਚ ਪ੍ਰਾਰਥਨਾ ਕਰਦੇ ਰਹੋ। ਇਹ ਆਤਮਾ ਦੀ ਜਿਹੜੀ ਪ੍ਰਾਰਥਨਾ ਆ, ਇਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ, ਪ੍ਰਭੂ ਦੀ ਆਤਮਾ ਜਿਹੜੀ ਆ, ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦੇ ਆ ਔਰ ਦੁਆ ਕਰਨ ਲੱਗੇ ਅਸੀਂ ਆਤਮਾ ਤੋਂ, ਪ੍ਰਭੂ ਦੀ ਆਤਮਾ ਤੋਂ ਗਾਈਡੈਂਸ ਲੈਂਦੇ ਆ। ਔਰ ਜਿਹੜੀ ਉਹ ਗਾਈਡੈਂਸ ਆ ਉਹ ਇਹ ਹੈ ਕਿ ਇਹ ਜਿਹੜੀ मैं गल कर रहा हूं, मैं अपने झल तो नहीं मारदा पिया, ते ये सचमुच जो है मैं प्रभु दे बोलूं कि मैनू प्रभु ये कह रहा है इस वेले। इसे मेरे ना 8वां पाप देखो, रोमन्स, that will open it। रोमन्स का 8वां पाप जिसनू मिल जाए वो पन्ना दसदा है। 276 थैंक यू। 278 पन्ने ते आ जाओ। थोड़ा पीछे चलते, 18 आयत तो लैके ਅਸੀਂ ਇਸ ਦੀ 30 ਆਇਤ ਤੱਕ ਦੇਖ, 18 ਆਇਤ ਤੋਂ ਲੈ ਕੇ 30 ਆਇਤ ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੇ ਨਹੀਂ ਪਾਸਟਰ ਜੀ। ਥੈਂਕ ਯੂ ਮੇਰੀ ਭੈਣ। ਅੱਗੇ ਆਉਣ ਵਾਲੀ ਮਹਿਮਾ ਮੈਂ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ, ਕਿਉਂਕਿ ਸ੍ਰਿਸ਼ਟੀ ਆਪਣੀ ਇੱਛਾ ਨਾਲ ਅਸਾਰਤਾ ਦੇ ਅਧੀਨ ਨਹੀਂ ਹੋਈ, ਸਗੋਂ ਪਰਮੇਸ਼ਵਰ ਦੀ ਇੱਛਾ ਨਾਲ ਹੋਈ ਹੈ ਜਿਸ ਨੇ ਇਸ ਨੂੰ ਅਧੀਨ ਕੀਤਾ। ਪਰ ਇਸ ਉਮੀਦ ਨਾਲ ਕਿ ਸ੍ਰਿਸ਼ਟੀ ਇੱਕ ਦਿਨ ਆਪ ਹੀ ਆਪਣੇ ਆਪ ਨੂੰ ਅਤੋਕਤੀ ਦੀ ਦਾਸਤਾ ਤੋਂ ਮੁਕਤ ਕਰਕੇ ਉਸ ਮਹਿਮਾ ਦੀ ਭਾਗੀ ਹੋਵੇਗੀ ਜੋ ਪਰਮੇਸ਼ਵਰ ਦੀ ਸੰਤਾਨ ਦੀ ਹੈ। ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਘੋਰ ਪੀੜਾਂ ਦੇ ਨਾਲ ਕਰਾ ਰਹੀ ਹੈ। ਕੇਵਲ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਪਹਿਲਾ ਵਰਦਾਨ ਆਤਮਾ ਮਿਲ ਚੁੱਕਾ ਹੈ, ਅਸੀਂ ਵੀ ਆਪਣੇ ਅੰਦਰ ਹੀ ਅੰਦਰ ਕਰਾਉਂਦੇ ਹਾਂ ਅਤੇ ਪਰਮੇਸ਼ਵਰ ਦੇ ਸਾਨੂੰ ਆਪਣੀ ਸੰਤਾਨ ਬਣਾਉਣ ਅਤੇ ਸਾਡੇ ਸਰੀਰਕ ਬੰਧਨਾਂ ਤੋਂ ਛੁਟਕਾਰੇ ਦੀ ਉਮੀਦ ਕਰਦੇ ਹਾਂ। ਇਸ ਉਮੀਦ ਦੇ ਕਾਰਨ ਹੀ ਅਸੀਂ ਬਚਾਏ ਗਏ ਹਾਂ। ਪਰ ਜੇਕਰ ਅਸੀਂ ਉਹ ਚੀਜ਼ ਦੇਖ ਲਈਏ ਜਿਸ ਦੀ ਸਾਨੂੰ ਉਮੀਦ ਹੈ, ਤਾਂ ਫਿਰ ਉਹ ਉਮੀਦ ਨਹੀਂ ਹੈ ਕਿ ਕੋਈ ਉਸ ਚੀਜ਼ ਦੀ ਵੀ ਉਮੀਦ ਕਰਦਾ ਹੈ ਜੋ ਉਸ ਦੀਆਂ ਅੱਖਾਂ ਸਾਹਮਣੇ ਹੀ ਹੈ। ਪਰ ਜੇਕਰ ਅਸੀਂ ਉਸ ਚੀਜ਼ ਦੀ ਉਡੀਕ ਕਰਦੇ ਹਾਂ ਜਿਸ ਨੂੰ ਅਸੀਂ ਦੇਖਦੇ ਨਹੀਂ ਹਾਂ, ਤਾਂ ਅਸੀਂ ਉਸ ਦੀ ਬੜੇ ਧੀਰਜ ਨਾਲ ਉਡੀਕ ਕਰਦੇ ਹਾਂ। ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਹੈ। ਅਸੀਂ ਤਾਂ ਪ੍ਰਾਰਥਨਾ ਤੱਕ ਵੀ ਕਰਨੀ ਨਹੀਂ ਜਾਣਦੇ ਹਾਂ, ਪਰ ਆਤਮਾ ਆਪ ਹੀ ਇਹੋ ਜਿਹੀਆਂ ਆਹਾਂ ਦੁਆਰਾ ਪਰਮੇਸ਼ਵਰ ਅੱਗੇ ਸਾਡੇ ਲਈ ਪ੍ਰਾਰਥਨਾ ਕਰਦਾ ਹੈ ਜਿਨ੍ਹਾਂ ਦਾ ਸ਼ਬਦਾਂ ਵਿੱਚ ਵਰਣਨ ਕਰਨਾ ਕਠਿਨ ਹੈ। ਪਰਮੇਸ਼ਵਰ ਜੋ ਸਾਡੇ ਮਨਾਂ ਦੇ ਅੰਦਰਲੇ ਵਿਚਾਰਾਂ ਨੂੰ ਜਾਣਦਾ ਹੈ, ਉਹ ਇਹ ਵੀ ਜਾਣਦਾ ਹੈ ਕਿ ਆਤਮਾ ਕੀ ਚਾਹੁੰਦਾ ਹੈ, ਕਿਉਂਕਿ ਉਸਦੇ ਸ਼ਰਧਾਲੂਆਂ ਲਈ ਉਸੇ ਦੀ ਮਰਜ਼ੀ ਅਨੁਸਾਰ ਪ੍ਰਾਰਥਨਾ ਕਰਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਜਿਹੜੇ ਪਰਮੇਸ਼ਵਰ ਨੂੰ ਪਿਆਰ ਕਰਦੇ ਹਨ ਅਤੇ ਉਸਦੇ ਉਦੇਸ਼ ਅਨੁਸਾਰ ਸੱਦੇ ਗਏ ਹਨ, ਉਹ ਉਹਨਾਂ ਦੇ ਨਾਲ ਮਿਲ ਕੇ ਸਭ ਚੀਜ਼ਾਂ ਦੁਆਰਾ ਭਲਾਈ ਹੀ ਪੈਦਾ ਕਰਦਾ ਹੈ। ਕਿਉਂਕਿ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਪਹਿਲਾਂ ਹੀ ਜਾਣ ਲਿਆ, ਉਹਨਾਂ ਨੂੰ ਪਹਿਲੇ ਹੀ ਆਪਣੇ ਪੁੱਤਰ ਦੀ ਤਰ੍ਹਾਂ ਬਣਨ ਦੇ ਲਈ ਵੀ ਨਿਯੁਕਤ ਕਰ ਦਿੱਤਾ ਕਿ ਉਸਦਾ ਪੁੱਤਰ ਬਹੁਤਿਆਂ ਭਰਾਵਾਂ ਵਿੱਚ ਜੇਠਾ ਠਹਿਰੇ। ਸੋ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਪਹਿਲਾਂ ਹੀ ਨਿਯੁਕਤ ਕੀਤਾ, ਉਹਨਾਂ ਨੂੰ ਸੱਦਿਆ ਵੀ। ਫਿਰ ਜਿਨ੍ਹਾਂ ਨੂੰ ਉਸਨੇ ਸੱਦਿਆ, ਉਹਨਾਂ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ, ਉਹਨਾਂ ਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ। ਸੋ ਜਿਸ ਲਈ ਪ੍ਰਭੂ ਕਿਹੜੀ ਦੁਆ ਦੀ ਗੱਲ ਕਰਦਾ ਪਿਆ, ਕਿਹੜੀ ਆਤਮਾ ਦੀ ਦੁਆ ਦੀ ਪ੍ਰਭੂ ਗੱਲ ਕਰਦਾ ਪਿਆ। ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਕਹਿੰਦਾ, ਦੇਖੋ ਉਹਨੇ ਸ਼ੁਰੂ ਤੋਂ ਸ਼ੁਰੂ ਕੀਤਾ। ਪ੍ਰਭੂ ਨੇ ਸਾਰੀ ਧਰਤੀ ਦੀ ਸੁਰਚਨਾ ਕੀਤੀ, ਫਿਰ ਉਸਨੇ ਮਾਨਵ ਨੂੰ ਬਣਾਇਆ,
ਫਿਰ ਉਸਨੇ ਮਾਨਵ ਨੂੰ ਉਹ ਸਾਰੀ ਜਿਹੜੀ ਆਪਣੀ ਰਚਨਾ ਕੀਤੀ ਸੀ ਉਹ ਉਸ ਨੂੰ ਦਿੱਤੀ ਤੇ ਇਹ ਸਭ ਦੇ ਉੱਤੇ ਤੂੰ ਰਾਜ ਕਰੇਗਾ। ਜੇ ਰਾਜਾ ਜਿੰਨੀ ਦੇਰ ਤੱਕ ਪਵਿੱਤਰ ਰਿਹਾ ਤਾਂ ਉਸ ਧਰਤੀ ਤੇ ਉਸ ਦੀ ਪਵਿੱਤਰਤਾ ਸੀ, ਪਰ ਜਿਸਲੇ ਰਾਜਾ ਆਪ ਅਪਵਿੱਤਰ ਹੋ ਗਿਆ ਤੇ ਉਸਨੇ ਧਰਤੀ ਨੂੰ ਵੀ ਅਪਵਿੱਤਰ ਕਰਕੇ ਰੱਖ ਦਿੱਤਾ, ਕਿਉਂਕਿ ਉਹ ਅਧੀਨ ਆ, ਉਹ ਆਪਣੀ ਇੱਛਾ ਦੇ ਨਾਲ ਅਧੀਨ ਨਹੀਂ ਹੋਈ। ਉਸਨੇ ਪ੍ਰਭੂ ਦਾ ਹੁਕਮ ਮੰਨਿਆ। ਔਰ ਕੀ ਅਸੀਂ ਦੇਖਦੇ ਹਾਂ ਕਿ ਅੱਜ ਉਹੀ ਸ੍ਰਿਸ਼ਟੀ ਜਿਸਲੇ ਆਪਣਾ ਸਿਰ ਝਾੜਦੀ ਆ ਤੇ ਕੀ ਹਾਲ ਹੁੰਦਾ ਮਾਨਵ ਦਾ। ਉਸਨੇ ਬਰਕਤ ਪੈਦਾ ਕਰਨੀ ਸੀ। ਅਸੀਂ ਅਗਰ ਦੇਖੀਏ ਉੱਤਰਾਖੰਡ ਦੇ ਵਿੱਚ ਦੇਖੀਏ ਹਿੰਦੁਸਤਾਨ 'ਚ ਕੀ ਹੋਇਆ, 2 ਪਾਵਰ ਪਲਾਂਟ ਸੀਗੇ ਜਿਸ ਦੇ ਨਾਲ ਬਹੁਤ ਲੋਕਾਂ ਨੂੰ ਬਿਜਲੀ ਜਾ ਰਹੀ ਸੀ, ਲੇਕਿਨ ਕਿਉਂਕਿ ਇਨਸਾਨ ਨੇ ਉਸ ਜਗ੍ਹਾ ਦੇ ਉੱਤੇ ਬਣਾਏ ਜਿੱਥੇ ਸਿਰਫ ਮਿੱਟੀ ਔਰ ਸਭ ਕੁਝ ਜਿਹੜੀਆਂ ਚੀਜ਼ਾਂ ਆ ਉਹ ਉੱਥੇ ਨਹੀਂ ਬਣਾਇਆ ਜਾ ਸਕਦਾ, ਔਰ ਉੱਥੇ ਉਸਨੇ ਚਟਾਨਾਂ ਨੂੰ ਪਾੜਨ ਦੇ ਲਈ ਬੰਬ, ਔਰ ਉਸ ਦੇ ਨਾਲ ਉਹ ਜਿਹੜੀ ਧਮਕ ਆ ਉੱਤੇ ਗਲੇਸ਼ੀਅਰਸ ਤੱਕ ਚਲੀ ਗਈ। ਕੀ ਹੋਇਆ? ਦੋਨੇ ਪਾਵਰ ਪਲਾਂਟ ਜਿਹੜੇ ਸੀ ਉਹ ਖਤਮ। ਕਰੋੜਾਂ ਦਾ ਨੁਕਸਾਨ ਉੱਥੇ ਹੋਇਆ, ਜਾਨਾਂ ਜਿਹੜੀਆਂ ਗਈਆਂ ਉਹ ਵਾਧੂ ਦੀਆਂ, ਹਾਲੇ ਵੀ ਉੱਥੇ ਲੱਭੇ ਜਾ ਰਹੇ ਆ ਲੋਕ। ਇਹ ਕੀ ਆ? ਇਹ ਕੁਦਰਤ ਦੀ ਉਦੋਗ ਦੀ, ਇਹ ਕੁਦਰਤ ਜਿਹੜੀ ਸਾਡੇ ਅਧੀਨ ਕੀਤੀ ਗਈ ਸੀ, ਉਹ ਜਿਸ ਵੇਲੇ ਉਹ ਆਪਣਾ ਰੋਣਾ ਪ੍ਰਭੂ ਦੇ ਅੱਗੇ ਰੋਂਦੀ ਆ, ਉਸ ਵੇਲੇ ਇਹ ਸਭ ਕੁਝ ਹੁੰਦਾ। ਦੇਖੋ, ਇਹ ਉਸਨੇ ਸਭ ਕੁਝ ਅਧੀਨ ਕੀਤਾ, ਲੇਕਿਨ ਉਹ ਕਰਾ ਰਹੀ ਆ। ਮਨੁੱਖ ਦੇ ਪਾਪ ਦੇ ਕਾਰਨ ਸਾਰੀ ਕੁਦਰਤ ਕਰਾ ਰਹੀ ਆ, ਔਰ ਕਿਸ ਦਾ ਇੰਤਜ਼ਾਰ ਕਰ ਰਹੀ ਆ? ਪ੍ਰਭੂ ਦਾ, ਜਿਸਨੇ ਇਸ ਨੂੰ ਆ ਕੇ ਵੀ ਨਵੀਂ ਧਰਤੀ ਤੇ ਨਵਾਂ ਆਕਾਸ਼ ਬਣਾਉਣਾ, ਉਹ ਵੀ ਇੱਕ ਨਵੇਂ ਜਨਮ ਦਾ ਇੰਤਜ਼ਾਰ ਕਰਦੀ ਪਈ ਹੈ। ਸੋ ਕੀ ਕਹਿੰਦਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕਰਾਉਂਦੀਆਂ ਪਈਆਂ ਪ੍ਰਭੂ ਦੇ ਅੱਗੇ, ਇਹ ਉਸ ਉਮੀਦ ਦੇ ਵਿੱਚ, ਔਰ ਉਸੇ ਹੀ ਉਮੀਦ ਦੇ ਵਿੱਚ ਅਸੀਂ ਆ, ਔਰ ਹਾਲੇ ਤੱਕ ਅਸੀਂ ਉਹ ਉਮੀਦ ਜਿਹੜੀ ਆ ਅਸੀਂ ਦੇਖੀ ਨਹੀਂ। ਉਹ ਚੀਜ਼ਾਂ ਅਸੀਂ ਦੇਖੀਆਂ ਨੇ, ਨਾ ਅੱਖਾਂ ਨੇ ਦੇਖੀਆਂ ਨਾ ਕੰਨਾਂ ਨੇ ਸੁਣੀਆਂ, ਜੋ ਚੀਜ਼ਾਂ ਪ੍ਰਭੂ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਬਣਾ ਕੇ ਰੱਖੀਆਂ ਹੈ। ਕਹਿੰਦਾ ਇਸੇ ਤਰ੍ਹਾਂ ਪਵਿੱਤਰ ਆਤਮਾ ਵੀ, ਹੁਣ ਦੇਖੋ ਇਸ ਦੀ 26ਵੀਂ ਆਇਤ ਤੋਂ, ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਸਾਡੀ ਕਮਜ਼ੋਰੀ ਦੇ ਵਿੱਚ ਸਾਡੀ ਮਦਦ ਕਰਦਾ ਹੈ। ਅਸੀਂ ਤਾਂ ਪ੍ਰਾਰਥਨਾ ਕਰਨੀ ਵੀ ਨਹੀਂ ਜਾਣਦੇ ਹਾਂ, ਪਰ ਆਤਮਾ ਆਪ ਹੀ ਇਹੋ ਜਿਹੀਆਂ ਆਹਾਂ ਦੁਆਰਾ ਪਰਮੇਸ਼ਰ ਦੇ ਅੱਗੇ ਸਾਡੇ ਲਈ ਪ੍ਰਾਰਥਨਾ ਕਰਦਾ ਹੈ, ਜਿਨ੍ਹਾਂ ਦਾ ਸ਼ਬਦਾਂ ਦੇ ਵਿੱਚ ਵਰਣਨ ਕਰਨਾ ਕਠਿਨ ਹੈ। ਪਰਮੇਸ਼ਰ ਜੋ ਸਾਡੇ ਮਨਾਂ ਦੇ ਅੰਦਰਲੇ ਵਿਚਾਰਾਂ ਨੂੰ ਜਾਣਦਾ ਹੈ, ਉਹ ਇਹ ਵੀ ਜਾਣਦਾ ਹੈ ਕਿ ਆਤਮਾ ਕੀ ਚਾਹੁੰਦਾ ਹੈ, ਕਿਉਂਕਿ ਉਹ ਉਸਦੇ ਸ਼ਰਧਾਲੂਆਂ ਦੇ ਲਈ ਉਸਦੀ ਮਰਜ਼ੀ ਦੇ ਅਨੁਸਾਰ ਪ੍ਰਾਰਥਨਾ ਕਰਦਾ ਹੈ। ਇਹ ਹੁੰਦਾ ਜਿਸ ਲਈ ਅਸੀਂ ਆਤਮਾ ਦੀ ਹਜ਼ੂਰੀ ਦੇ ਵਿੱਚ, ਪ੍ਰਭੂ ਦੀ ਆਤਮਾ ਦੀ ਹਜ਼ੂਰੀ ਮੰਗ ਕੇ ਪ੍ਰਭੂ ਦੇ ਅੱਗੇ ਦੁਆ ਕਰ ਰਹੇ ਹਾਂ। ਜਿਸ ਲਈ ਪ੍ਰਭੂ ਯਿਸੂ ਮਸੀਹ ਇਸੇ ਆਤਮਾ ਦੇ ਵਿੱਚ ਦੁਆ ਕਰ ਰਹੇ ਸੀ, ਤਾਂ ਯਿਸੂ ਨੇ ਕਿਹਾ ਸੀ, ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਦੂਰ ਕਰ ਦੇ, ਪਰ ਫਿਰ ਵੀ ਮੇਰੀ ਨਹੀਂ ਤੇਰੀ ਮਰਜ਼ੀ ਪੂਰੀ ਹੋਈ। ਇਹ ਚੀਜ਼ ਜੋ ਪ੍ਰਭੂ ਨੇ ਕੀਤੀ। ਅਸੀਂ ਜਾਣਦੇ ਹਾਂ ਕਿ ਉਹ ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਹਨ ਅਤੇ ਉਸਦੇ ਉਦੇਸ਼ ਦੇ ਅਨੁਸਾਰ ਸੱਦੇ ਗਏ ਹਨ, ਉਹ ਉਹਨਾਂ ਦੇ ਨਾਲ ਮਿਲ ਕੇ ਸਭ ਚੀਜ਼ਾਂ ਦੇ ਵਿੱਚ ਭਲਾਈ ਪੈਦਾ ਕਰਦਾ ਹੈ, ਕਿਉਂਕਿ ਜਿਨ੍ਹਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਜਾਣ ਲਿਆ, ਉਹਨਾਂ ਨੂੰ ਪਹਿਲੇ ਹੀ ਆਪਣੇ ਪੁੱਤਰ ਦੀ ਤਰ੍ਹਾਂ ਬਣਨ ਦੇ ਲਈ ਨਿਯੁਕਤ ਕਰ ਲਿਆ। ਸੋ ਹੁਣ ਬਣਾਏਗਾ ਕਿੱਦਾਂ?
ਦੁਆ ਦੇ ਰਾਹੀਂ ਨੂੰ ਬਣਾਏਗਾ। ਕਿਉਂਕਿ ਜਿਹੜੀ ਅਸੀਂ ਦੁਆ ਕਰਦੇ ਹਾਂ, ਜਿਸ ਲਈ ਅਸੀਂ ਆਤਮਾ ਦੀ ਹਜ਼ੂਰੀ ਦੇ ਵਿੱਚ ਦੁਆ ਕਰਦੇ ਹਾਂ ਤਾਂ ਅਸੀਂ ਬੋਲੀਆਂ ਨਹੀਂ ਬੋਲਦੇ, ਅਸੀਂ ਆਪਣਾ ਗੁਨਾਹ ਪ੍ਰਭੂ ਦੇ ਅੱਗੇ ਪੇਸ਼ ਕਰਦੇ ਹਾਂ, ਆਪਣੀਆਂ ਕਮਜ਼ੋਰੀਆਂ ਅਸੀਂ ਉਸ ਦੇ ਅੱਗੇ ਪੇਸ਼ ਕਰਦੇ ਹਾਂ, ਆਪਣੀ ਉਹ ਮੱਛੀ ਵਾਲੀ ਬੋ ਪ੍ਰਭੂ ਦੇ ਅੱਗੇ ਲੈ ਕੇ ਆਉਂਦੇ ਹਾਂ ਕਿ ਪ੍ਰਭੂ ਤੈਨੂੰ ਵੀ ਇਹ ਤੋਂ ਬਦਬੂ ਆਉਂਦੀ ਹੈ ਤੇ ਹੁਣ ਮੈਨੂੰ ਵੀ ਆਉਣ ਲੱਗ ਪਈ, ਫਿਰ ਪ੍ਰਭੂ ਕੀ ਕਰਦਾ, ਦੇਖੋ ਕੀ ਕਰਦਾ, ਕਿਉਂਕਿ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਹੈ ਅਤੇ ਉਹਨਾਂ ਨੂੰ ਪਹਿਲੇ ਹੀ ਆਪਣੇ ਪੁੱਤਰ ਦੀ ਤਰ੍ਹਾਂ ਬਣਨ ਦੇ ਲਈ ਨਿਯੁਕਤ ਕਰ ਦਿੱਤਾ ਹੈ ਕਿ ਉਸਦਾ ਪੁੱਤਰ ਬਹੁਤੇ ਭਰਾਵਾਂ ਦਾ ਜੇਠਾ ਠਹਿਰੇ। ਸੋ ਜਿਨ੍ਹਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਨਿਯੁਕਤ ਕੀਤਾ, ਉਹਨਾਂ ਨੂੰ ਸੱਦਿਆ ਵੀ, ਫਿਰ ਜਿਨ੍ਹਾਂ ਨੂੰ ਸੱਦਿਆ ਉਹਨਾਂ ਨੂੰ ਆਪਣੇ ਸਾਹਮਣੇ ਉਚਿਤ ਠਹਿਰਾਇਆ ਅਤੇ ਉਹਨਾਂ ਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ, ਔਰ ਉਹਨਾਂ ਦੇ ਲਈ ਪ੍ਰਭੂ ਕਹੇਗਾ, ਹਾਂ ਮੈਂ ਇਹਨਾਂ ਨੂੰ ਜਾਣਦਾ। ਮੇਰੇ ਵਰਗਾ ਜਾ ਕੇ ਕਹੂਗਾ ਮੈਂ ਤੇਰੇ ਲਈ ਬੜਾ ਪ੍ਰਚਾਰ ਕੀਤਾ, ਮੈਂ ਤੇਰੇ ਲਈ ਆਹ ਕੀਤਾ, ਮੈਂ ਤੇਰੇ ਲਈ ਉਹ ਕੀਤਾ, ਹੋਏਗਾ ਮੈਂ ਤੈਨੂੰ ਜਾਣਦਾ ਵੀ ਨਹੀਂ, ਹਰਿੰਦਰ ਸੋਤਾ ਤੂੰ ਕੌਣ? ਸੋ ਇਹ ਦੁਆ ਜਿਹੜੀ ਪ੍ਰਭੂ ਦੇ ਵਚਨ ਦੇ ਵਿੱਚ ਕਹੀ ਗਈ ਹੈ, ਜਿਹੜਾ ਪ੍ਰਭੂ ਦਾ ਬੰਦਾ ਕਹਿ ਰਿਹਾ, ਉਹ ਹੈ ਆਪਣੀ ਜਾਨ ਦੇ ਲਈ। ਪਰ ਉਸਦੇ ਨਾਲ ਉਸਨੇ ਜਿਹੜੀ ਫਿਰ ਦੁਆ ਬਾਕੀਆਂ ਦੇ ਲਈ ਕਹੀ ਆ, ਉਸਨੇ ਫਿਰ ਦੇਖੋ ਕੀ ਕਿਹਾ। ਫਿਰ ਉਹ ਕਹਿ ਰਿਹਾ ਕਿ ਸਭ ਤੋਂ ਪਹਿਲਾਂ 98 ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ, ਪਰਮੇਸ਼ਰ ਤੋਂ ਮਦਦ ਮੰਗਦੇ ਰਹੋ, ਪਰਮੇਸ਼ਰ ਦੇ ਲੋਕਾਂ ਦੇ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਮੈਨੂੰ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਦੇ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਦ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ, ਕਿਉਂਕਿ ਇਸੇ ਦਾ ਹੀ ਮੈਂ ਰਾਜਦੂਤ ਹਾਂ। ਇਹਦਾ ਮਤਲਬ, ਰਾਜਦੂਤ ਦਾ ਮਤਲਬ ਪਤਾ ਕੀ ਹੈ? ਰਾਜਦੂਤ ਦਾ ਮਤਲਬ ਜਿਸਲੇ ਕੋਈ ਅਮਰੀਕਾ ਦਾ ਜਿਹੜਾ ਬੰਦਾ ਆ, ਉਹਨੂੰ ਇੱਥੇ ਦਾ ਰਾਜਦੂਤ ਬਣਾ ਕੇ ਇੰਡੀਆ ਕਰ ਲਿਆ ਹੈ, ਔਰ ਜਿਹੜਾ ਉਸ ਰਾਜਦੂਤ ਦਾ ਭਵਨ ਆ, ਉਹਦੇ ਉੱਤੇ ਇੰਡੀਆ ਦਾ ਫਲੈਗ ਨਹੀਂ ਹੁੰਦਾ, ਉਹਦੇ ਉੱਤੇ ਜਿਹੜਾ ਉਹ ਅਮਰੀਕਾ ਦਾ ਫਲੈਗ, ਉਹ ਧਰਤੀ ਜਿਹੜੀ ਥੋੜੀ ਜਿਹੀ ਧਰਤੀ ਆ, ਉਹ ਅਮਰੀਕਾ ਦੀ ਧਰਤੀ ਉੱਥੇ ਗਿਣੀ ਜਾਂਦੀ। ਉੱਥੇ ਇੰਡੀਅਨ ਪੁਲਿਸ ਨਹੀਂ ਵੜ ਸਕਦੀ, ਸਿਕਿਉਰਿਟੀ ਦੇ ਸਕਦੀ ਹੈ ਬਾਹਰੋਂ, ਪਰ ਆਪਣੀ ਪੂਰੀ ਅਥਾਰਟੀ ਦੇ ਨਾਲ ਅੰਦਰ ਨਹੀਂ ਜਾ ਸਕਦੀ। ਅਗਰ ਅਮਰੀਕਾ ਦਾ ਕੋਈ ਬੰਦਾ ਉੱਥੇ ਗਲਤ ਕੰਮ ਕਰਦਾ, ਉਹ ਦੌੜ ਕੇ ਜਾ ਕੇ ਐਮਬੈਸੀ ਦੇ ਵਿੱਚ ਵੜ ਜਾਂਦਾ, ਉੱਥੇ ਇੰਡੀਆ ਦੀ ਪੁਲਿਸ ਜਾ ਕੇ ਉਸ ਨੂੰ ਲੈ ਕੇ ਨਹੀਂ ਆ ਸਕਦੀ, ਕਿਉਂਕਿ ਉਹ ਜਿਹੜੀ ਪ੍ਰਾਪਰਟੀ ਆ ਉਹ ਅਮਰੀਕਾ ਦੀ ਪ੍ਰਾਪਰਟੀ ਆ। ਇਸੇ ਤਰ੍ਹਾਂ ਜਿਹੜੀ ਕੈਨੇਡਾ ਦੀ ਐਮਬੈਸੀ ਆ, ਉਹ ਜਿਹੜੀ ਥੋੜੀ ਜਿਹੀ ਪ੍ਰਾਪਰਟੀ ਆ, ਉਹ ਕੈਨੇਡਾ ਦੀ ਪ੍ਰਾਪਰਟੀ ਉੱਥੇ ਆ, ਔਰ ਇੱਥੇ ਜਿਹੜੀ ਇੰਡੀਆ ਦੀ ਐਮਬੈਸੀ ਆ, ਉਹ ਥੋੜੀ ਜਿਹੀ ਜਿਹੜੀ ਪ੍ਰਾਪਰਟੀ ਕੈਨੇਡਾ ਦੇ ਵਿੱਚ ਆ, ਉਹ ਇੰਡੀਆ ਦੀ ਆ। ਇਸੇ ਤਰ੍ਹਾਂ ਅਸੀਂ ਜਿਹੜੇ ਸਵਰਗ ਦੇ, ਜਿੱਦਾਂ ਅਸੀਂ ਸਵਰਗਵਾਸੀ, ਜਿਹੜੇ ਜੀਂਦੇ ਸਵਰਗਵਾਸੀ ਆ, ਉਹ ਜਿਹੜੀ ਥੋੜੀ ਜਿਹੀ ਜਗ੍ਹਾ ਜਿੱਥੇ ਅਸੀਂ ਖੜੇ ਆ, ਉਹ ਪ੍ਰਭੂ ਦੀ ਐਮਬੈਸੀ ਆ, ਉਹ ਪ੍ਰਭੂ ਦੀ ਐਮਬੈਸੀ ਆ। ਔਰ ਜਿਸ ਤਰ੍ਹਾਂ ਜਿਸਲੇ ਵੀ ਅਸੀਂ ਅਮਰੀਕਾ ਦੀ ਐਮਬੈਸੀ ਦੇ ਵਿੱਚ ਜਾਈਏ ਤਾਂ ਉਹ ਇੰਡੀਆ ਦੀਆਂ ਗੱਲਾਂ ਨਹੀਂ ਕਰਨਗੇ ਸਾਡੇ ਨਾਲ, ਉਹ ਇੰਡੀਆ ਦੇ ਲੋਕ ਜਾਂ ਨਾਗਰਿਕ ਹੋਣ ਦੇ ਤੌਰ ਤੇ ਸਾਡੇ ਨਾਲ ਗੱਲ ਨਹੀਂ ਕਰਨਗੇ, ਉਹ ਇੱਕ ਅਮਰੀਕਨ ਨਾਗਰਿਕ ਹੋਣ ਦੇ ਤੌਰ ਤੇ ਉੱਥੇ ਸਾਡੇ ਨਾਲ ਗੱਲ ਕਰਨਗੇ, ਸਾਡੇ ਨਾਲ ਅਮਰੀਕਾ ਦੀ ਗੱਲ ਕਰਨਗੇ। ਇਸੇ ਤਰ੍ਹਾਂ ਅਸੀਂ ਜਿਸ ਵੇਲੇ ਜਿਹੜੇ ਪ੍ਰਭੂ ਦੇ ਰਾਜਦੂਤ ਆ, ਚੁਣੀ ਹੋਈ, ਦੇਖੋ ਕੀ ਨਾਮ ਦਿੱਤਾ ਪ੍ਰਭੂ ਨੇ। ਮੇਰੇ ਨਾਲ ਆ ਜਾਓ, ਪਤਰਸ ਦੇ ਵਿੱਚ ਆ ਜਾਓ, ਪਹਿਲਾ ਪਤਰਸ ਉਸ ਦਾ ਦੂਸਰਾ ਭਾਵ, ਪਹਿਲਾ ਪਤਰਸ ਉਸ ਦਾ ਦੂਸਰਾ ਭਾਵ, ਮੈਂ ਉਸ ਦੀ 9ਵੀਂ ਤੇ 10ਵੀਂ ਆਇਤ ਪੜੂੰਗਾ। ਕਹਿੰਦਾ, ਪਰ
ਤੁਸੀਂ ਚੁਣਿਆ ਹੋਇਆ ਵੰਸ਼, ਰਾਜਸੀ ਪ੍ਰੋਤਾਂ ਦਾ ਦਲ। 436 ਪੰਨਾ ਅਗਰ ਤੁਹਾਨੂੰ ਮਿਲਿਆ, 436 ਪੰਨਾ। ਇਹ ਆਇਤਾਂ ਬੜੀਆਂ ਪਿਆਰੀਆਂ ਆਇਤਾਂ, ਇੱਥੇ ਨਿਸ਼ਾਨੀ ਲਾ ਕੇ ਰੱਖਿਓ। ਔਰ ਇਹ ਆਇਤਾਂ ਸਿਰਫ ਇਹ ਨਹੀਂ ਹੈਗਾ ਕਿ ਇਹ 2 ਆਇਤਾਂ ਗੁੱਡ ਆ, ਪੂਰੇ ਦਾ ਪੂਰਾ ਚੈਪਟਰ ਗੁੱਡ ਆ, ਲੇਕਿਨ ਇਹ 2 ਆਇਤਾਂ ਜਿਹੜੀਆਂ ਹੈਗੀਆਂ ਸਾਰੇ ਚੈਪਟਰ ਨੂੰ ਖੋਲਦੀਆਂ। ਸੋ ਪਰ ਤੁਸੀਂ ਚੁਣਿਆ ਹੋਇਆ ਵੰਸ਼, ਰਾਜਸੀ ਪ੍ਰੋਤਾਂ ਦਾ ਦਲ, ਪਵਿੱਤਰ ਕੌਮ ਅਤੇ ਪਰਮੇਸ਼ਰ ਦੇ ਆਪਣੇ ਲੋਕ ਹੋ। ਤੁਸੀਂ ਉਸ ਦੇ ਵੱਡੇ ਕੰਮਾਂ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਦੇ ਵਿੱਚੋਂ ਆਪਣੇ ਅਦਭੁਤ ਚਾਨਣ ਦੇ ਵਿੱਚ ਸੱਦਿਆ ਹੈ। ਸੋ ਅੱਗੇ ਇੱਕ ਸਮਾਂ ਸੀ ਜਦੋਂ ਤੁਸੀਂ ਕੁਝ ਵੀ ਨਹੀਂ ਸੋ, ਪਰ ਹੁਣ ਤੁਸੀਂ ਪਰਮੇਸ਼ਰ ਦੇ ਲੋਕ ਹੋ। ਉਸ ਸਮੇਂ ਤੁਸੀਂ ਉਸ ਦੀ ਦਇਆ ਤੋਂ ਬਾਹਰ ਸਾਓ, ਪਰ ਹੁਣ ਤੁਸੀਂ ਉਹ ਪ੍ਰਾਪਤ ਕਰ ਚੁੱਕੇ ਹੋ। ਜਿਹੜਾ ਇੱਥੇ ਬੰਦਾ ਸਟੂਡੈਂਟ ਬਣ ਕੇ ਆਇਆ ਹੈ ਜਾਂ ਵਿਜ਼ਿਟਰ ਬਣ ਕੇ ਆਇਆ ਹੈ, ਉਸ ਦੇ ਵਿੱਚ ਔਰ ਮੇਰੇ ਵਿੱਚ ਇੱਕ ਫਰਕ ਆ। ਉਸ ਦੇ ਵਿੱਚ ਔਰ ਤੁਹਾਡੇ ਵਿੱਚ ਇੱਕ ਫਰਕ ਆ। ਤੁਹਾਡੇ ਕੋਲ ਇੱਕ ਕਾਰਡ ਆ ਜਿਹੜਾ ਦਿਖਾਉਂਦਾ ਕਿ ਤੁਸੀਂ ਕੈਨੇਡਾ ਦੇ ਸਿਟੀਜ਼ਨ। ਇੱਕ ਸਮਾਂ ਸੀ ਜਦੋਂ ਅਸੀਂ ਇੰਡੀਆ ਦੇ ਸਿਟੀਜ਼ਨ ਸੀ, ਹੁਣ ਅਸੀਂ ਕੈਨੇਡਾ ਦੇ ਸਿਟੀਜ਼ਨ। ਇੱਕ ਸਮਾਂ ਸੀ ਜਦੋਂ ਇਸ ਕੰਟਰੀ ਤੋਂ ਅਸੀਂ ਬਾਹਰ ਸੀਗੇ, ਪਰ ਹੁਣ ਇਸ ਦੇ ਅੰਦਰ। ਹੁਣ ਜੇ ਇੰਡੀਆ ਦੇ ਵਿੱਚ ਵੀ ਅਸੀਂ ਜਾਂਦੇ ਹਾਂ ਤੇ ਅਸੀਂ ਕੈਨੇਡਾ ਦੇ ਸਿਟੀਜ਼ਨ। ਜੇ ਮੈਂ ਇੰਡੀਆ ਦਾ ਸਿਟੀਜ਼ਨ ਹੁੰਦਾ ਤੇ ਮੈਂ ਦੌੜ ਕੇ ਐਮਬੈਸੀ ਦੇ ਵਿੱਚ ਜਾ ਵੜਦਾ ਤੇ ਉਹਨਾਂ ਨੇ ਮੈਨੂੰ ਉੱਥੇ ਰੱਖਣਾ ਨਹੀਂ ਸੀਗਾ, ਉਹਨਾਂ ਨੇ ਮੈਨੂੰ ਉੱਥੋਂ ਬਾਹਰ ਕੱਢ ਦੇਣਾ ਸੀ। ਪਰ ਜੇ ਮੈਂ ਹੁਣ ਕੈਨੇਡੀਅਨ ਸਿਟੀਜ਼ਨ ਦੌੜ ਕੇ ਜਾ ਕੇ ਉਸ ਐਮਬੈਸੀ ਦੇ ਵਿੱਚ ਵੜ ਜਾਣਾ, ਕਿਸੇ ਖਤਰਾ ਜਾਂ ਕੋਈ ਵੀ ਚੀਜ਼ ਆ, ਉਹ ਮੈਨੂੰ ਪੂਰਾ ਸੰਭਾਲਣਗੇ ਕਿਉਂਕਿ ਮੈਂ ਉਹਨਾਂ ਦਾ ਸਿਟੀਜ਼ਨ। ਸੇਮ ਥਿੰਗ ਦੁਆ ਆ। ਜਿਸ ਲਈ ਮੈਂ ਦੁਆ ਕਰਨ ਬੈਠਾ, ਇਸ ਕਰਕੇ ਦੁਆ ਨੂੰ ਜਿਹੜਾ ਹੈਗਾ ਉਹਦੀਆਂ ਜਿਹੜੀਆਂ ਬਾਉਂਡਰੀਆਂ ਆਪਣੀਆਂ ਵਧਾਓ। ਇਹ ਜ਼ਰੂਰੀ ਹੈ ਸਾਡੇ ਲਈ। ਜਿਸ ਵੇਲੇ ਮੈਂ ਦੁਆ ਕਰਦਾ ਤੇ ਮੈਂ ਧਰਤੀ ਤੋਂ ਜਾਣਾ ਆ, ਪਰ ਮੈਂ ਸਵਰਗ ਦਾ ਨਾਗਰਿਕ ਔਰ ਉਸਦੇ ਸਿੰਘਾਸਨ ਤੱਕ ਮੈਂ ਜਾ ਸਕਦਾ ਜਿਸ ਨੇ ਮੈਨੂੰ ਚੁਣਿਆ ਔਰ ਆਪਣਾ ਬਣਾਇਆ, ਔਰ ਮੇਰੇ ਮੱਥੇ ਤੇ ਉਸਨੇ ਉਹ ਮੋਹਰ ਲਾਈ ਹੈ, ਔਰ ਉਸਨੇ ਮੈਨੂੰ ਆਪਣਾ ਆਤਮਾ ਦਿੱਤਾ। ਮੈਂ ਸਿਟੀਜ਼ਨ ਉੱਥੇ ਦਾ। ਮੈਂ ਉੱਥੇ ਦੁਆ ਕਰਨ ਦੇ ਲਈ ਜਿਸ ਲਈ ਜਾਣਾ ਤੇ ਮੈਂ ਆਪਣਾ ਪ੍ਰਭੂ ਦੇ ਕੋਲੋਂ ਉਸ ਦੇ ਨਾਮ ਦੇ ਵਿੱਚ ਆਪਣਾ ਹੱਕ ਲੈਣ ਜਾਣਾ, ਔਰ ਦਿੰਦਾ। ਇਹ ਉਸ ਦੀ ਦਇਆ ਔਰ ਉਸ ਦੀ ਕਿਰਪਾ ਜਿਹੜੀ ਸਾਡੇ ਨਾਲ ਉਸ ਦੇ ਕਰਕੇ। ਉਸ ਤੋਂ ਬਾਅਦ ਪ੍ਰਭੂ ਦਾ ਬੰਦਾ ਕਹਿੰਦਾ ਕਿ ਤੁਸੀਂ ਮੇਰੇ ਲਈ ਵੀ ਦੁਆ ਕਰੋ। ਯਾਦ ਰੱਖੋ ਕਿ ਮੈਂ ਉਸ ਦਾ ਰਾਜਦੂਤ ਹਾਂ। ਬੇਸ਼ੱਕ ਇਸ ਸਮੇਂ ਮੈਂ ਕੈਦੀ ਹਾਂ। ਪ੍ਰਾਰਥਨਾ ਕਰੋ ਕਿ ਮੈਂ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ। ਕੱਲ ਨੂੰ ਅਸੀਂ ਇਸ ਨੂੰ ਖਤਮ ਕਰਾਂਗੇ ਦਾਊਦ ਦੀ ਕਹਾਣੀ ਦੇ ਨਾਲ, ਉਹਦੀ ਜ਼ਿੰਦਗੀ ਦੇ ਨਾਲ, ਜਿਸ ਨੇ ਪਤਾ ਸੀਗਾ ਜਿਸ ਨੂੰ ਕਿ ਮੈਂ ਸਵਰਗਵਾਸੀ ਧਰਤੀ ਤੇ, ਔਰ ਜਿਹੜਾ ਇਹਨਾਂ ਹਥਿਆਰਾਂ ਨੂੰ ਲੈ ਕੇ ਗਿਆ ਔਰ ਉਸਨੇ ਆਪਣੀ ਸਾਰੀ ਜ਼ਿੰਦਗੀ ਇਹ ਹਥਿਆਰ ਪਹਿਨ ਰੱਖੇ। ਇੱਕ ਵਾਰੀ ਲਾਏ ਸੀਗੇ ਤਾਂ ਉਸਦਾ ਕੀ ਹਾਲ ਹੋਇਆ, ਜਿਸ ਨੇ ਸਿਰਫ ਇਹੋ ਹੀ ਦੁਆ ਕੀਤੀ ਸੀ, ਮੇਰੀ ਜ਼ਿੰਦਗੀ ਲੈ ਲਾ ਪਰ ਮੇਰੇ ਤੋਂ ਆਤਮਾ ਨਾ ਲਈ, ਮੇਰੇ ਤੋਂ ਆਤਮਾ ਨਾ ਲਈ। ਸੋ ਕੱਲ ਨੂੰ ਅਸੀਂ ਉਹਦੀ ਜ਼ਿੰਦਗੀ ਦੇ ਨਾਲ ਦੀ ਇੱਕ ਛੋਟੀ ਜਿਹੀ ਸੱਚਾਈ ਦੇ ਨਾਲ ਅਸੀਂ ਇਸ ਚੈਪਟਰ ਨੂੰ ਖਤਮ ਕਰਾਂਗੇ, ਇਸ ਕਿਤਾਬ ਨੂੰ ਖਤਮ ਕਰਾਂਗੇ, ਔਰ ਫਿਰ ਅਸੀਂ ਦਾਊਦ ਦੀ ਜ਼ਿੰਦਗੀ ਨੂੰ ਲੈ ਕੇ ਅਸੀਂ ਅਗਲੇ ਹਫ਼ਤੇ ਦਾਊਦ ਦੀ ਜ਼ਿੰਦਗੀ ਦੇ ਉੱਤੇ ਅਸੀਂ ਸ਼ੁਰੂ ਕਰਾਂਗੇ, ਔਰ ਉਸ ਦੇ ਨਾਲ ਜਿਹੜੇ ਦਾਊਦ ਨੇ ਭਜਨ ਲਿਖੇ ਆ ਉਹਨਾਂ ਦੀ ਸਟੱਡੀ ਕਰਾਂਗੇ, ਔਰ ਉਹਨਾਂ ਦੇ ਵਿੱਚੋਂ ਪ੍ਰਭੂ ਦੀ ਬਰਕਤ ਪ੍ਰਾਪਤ ਕਰਾਂਗੇ। ਆਮੇਨ। ਆਓ ਦੁਆ ਕਰੀਏ। ਪ੍ਰਭੂ ਜੀ ਮੈਂ ਤੇਰਾ ਬਹੁਤ ਤੇਰੀ ਜੀਵਨ ਲਈ ਵੀ ਕਰਿਓ। ਹਾਂਜੀ, ਉਹਦਾ ਜਿੱਦਾਂ ਹਲੇ ਦਰਦ ਬਹੁਤ ਹੁੰਦਾ। ਅੱਛਾ ਮੇਰੀ ਪ੍ਰਭੂ ਜੀ ਮੈਂ ਤੇਰਾ ਸ਼ੁਕਰ ਕਰਦਾ। ਮੈਂ
ਇਸ ਵੇਲੇ ਬੱਚੇ ਨੂੰ ਪ੍ਰਭੂ ਜੀ ਤੇਰੀ ਹਜ਼ੂਰੀ ਦੇ ਵਿੱਚ ਲੈ ਕੇ ਆਉਣਾ, ਤੇਰੇ ਪਵਿੱਤਰ ਸਿੰਘਾਸਨ ਦੇ ਸਾਹਮਣੇ ਲੈ ਕੇ ਆਉਣਾ ਖੁਦਾਵੰਦ। ਇੱਕ ਤੇਰੇ ਵੱਲੋਂ ਦਿੱਤਾ ਗਿਆ ਉਹ ਗਿਫਟ ਆ। ਸੋ ਪ੍ਰਭੂ ਜੀ ਤੂੰ ਉਸਨੂੰ ਕਿਉਂ ਸਲੋ ਡਾਊਨ ਕੀਤਾ ਥੋੜੀ ਦੇਰ ਦੇ ਲਈ, ਇਹ ਅਸੀਂ ਨਹੀਂ ਜਾਣਦੇ। ਪਤਾ ਨਹੀਂ ਤੂੰ ਕਿਹੜੀਆਂ ਵਿਪਤਾਵਾਂ ਤੋਂ ਬਚਾ ਰਹੀਆਂ। ਔਰ ਅਸੀਂ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਇਹ ਵਿਪਤਾ ਆਈ ਆ, ਉਸਦੀ ਜੋ ਸਰਜਰੀ ਹੋਈ ਆ ਪ੍ਰਭੂ ਜੀ, ਪਰ ਤੇਰਾ ਸ਼ੁਕਰ ਕਰਦੇ ਹਾਂ, ਤੇਰਾ ਤੰਦਰੁਸਤੀ ਵਾਲਾ ਹੱਥ ਉਸ ਦੇ ਨਾਲ ਇਸ ਸਮੇਂ ਦੇ ਵਿੱਚ ਪ੍ਰਭੂ ਜੀ ਉਹ ਤੇਰੀ ਨਜ਼ਦੀਕੀ ਦੇ ਵਿੱਚ ਆਏ। ਇਸ ਸਮੇਂ ਦਾ ਪ੍ਰਭੂ ਜੀ ਉਹ ਉਪਯੋਗ ਕਰੇ ਔਰ ਆਪਣੇ ਆਪ ਨੂੰ ਤੇਰੀ ਹਜ਼ੂਰੀ ਦੇ ਵਿੱਚ ਪ੍ਰਭੂ ਜੀ ਮਾਲਾ ਮਾਲ ਕਰੇ। ਮੈਂ ਭੈਣ ਦੇ ਲਈ ਵੀ ਦੁਆ ਕਰਦਾ ਪ੍ਰਭੂ ਜੀ ਤੂੰ ਇਸ ਦੇ ਉੱਤੇ ਵੀ ਆਪਣੀ ਬਰਕਤ ਪਾ ਕੇ ਰੱਖੇ। ਆਪਣੇ ਬੱਚਿਆਂ ਨੂੰ ਪ੍ਰਭੂ ਜੀ ਅਸੀਂ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਨੇ ਆ। ਮੇਰੇ ਮਾਲਕ, ਇਹਨਾਂ ਦੇ ਉੱਤੇ ਕਿਰਪਾ ਤੇਰੇ ਵੱਲੋਂ ਹੁੰਦੀ ਰਹੇ। ਅਗਰ ਪ੍ਰਭੂ ਜੀ ਬੁਰਾਈ ਦੇ ਵਿੱਚੋਂ ਭਲਾਈ ਪੈਦਾ ਕਰਨ ਵਾਲਾ ਪ੍ਰਭੂ ਤੂੰ ਆ, ਹੋਰ ਕੋਈ ਨਹੀਂ। ਤੂੰ ਉਹ ਪਰਮੇਸ਼ਰ ਆ ਜਿਹੜਾ ਪ੍ਰਭੂ ਜੀ ਜਿਹੜਾ ਮਨਿਊਰ ਦੇ ਉੱਤੇ ਸਭ ਤੋਂ ਸੁੰਦਰ ਫੁੱਲ ਉਗਾਉਣਾ। ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ। ਪਿਆਰੇ ਪ੍ਰਭੂ ਜੀ, ਆਪਣੇ ਆਪ ਨੂੰ ਅਸੀਂ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਛੁਪਾਉਂਦੇ ਹਾਂ। ਚਾਹ ਚ ਫੇਰਿਓ ਆਪਣੇ ਆਪ ਨੂੰ ਤੇਰੀ ਦਇਆ, ਤੇਰੀ ਕਿਰਪਾ ਚ ਛੁਪਾਉਂਦੇ ਹਾਂ, ਤੇਰੀ ਰਾਖੀ ਚ ਛੁਪਾਉਂਦੇ ਹਾਂ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰੀ ਕਿਰਪਾ, ਤੇਰਾ ਰਹਿਮ, ਤੇਰੀ ਪਵਿੱਤਰ ਆਤਮਾ ਸਾਡੀ ਸੰਭਾਲ ਕਰਦੀ ਰਹੇ। ਬੁਰੇ ਔਰ ਬੁਰਾਈ ਤੋਂ ਅਸੀਂ ਬਚ ਕੇ ਰਹੀਏ। ਇਹ ਸਭ ਕੁਝ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ। ਸਾਰੇ ਭੈਣ ਭਰਾ ਕਹਿਣ ਪ੍ਰਭੂ ਤੁਹਾਨੂੰ ਬਰਕਤ ਦੇ, ਤੁਹਾਡੇ ਨਾਲ ਬਣਿਆ ਰਹੇ। ਕੱਲ ਨੂੰ ਅਸੀਂ ਇਸ ਚੈਪਟਰ ਨੂੰ ਖਤਮ ਕਰਾਂਗੇ ਅਸੀਂ, ਔਰ ਦਾਊਦ ਦਾ ਜ਼ਿੰਦਗੀ ਦੇ ਨਾਲ ਅਸੀਂ ਅਗਲੇ ਹਫਤੇ ਤੋਂ ਫਿਰ ਸ਼ੁਰੂ ਕਰਾਂਗੇ। ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਣੇ ਰਹੋ, ਮਾਲਾ ਮਾਲ ਰਹੋ।